ਕੱਲ੍ਹ ਨੂੰ 11:15 ਤੋਂ ਲੈ ਕੇ 12 ਵਜੇ ਤੱਕ ਗਿਆਨੀ ਸੁਖਜੀਤ ਸਿੰਘ ਜੀ ਕਨਈਆ, ਇੱਥੇ ਲਿਖਿਆ ਸੀ ਅੱਛਾ, ਕੱਲ੍ਹ ਨੂੰ ਉਹਨਾਂ ਦਾ ਕੁਆਂਟਰੀ ਹੈ, ਹੋਰ ਜਥੇ ਦਾ ਟਾਈਮ ਲੱਗਾ। ਸੋ 12 ਵਜੇ ਤੋਂ ਲੈ ਕੇ 1:20 ਤੱਕ ਬਾਬਾ ਕਸ਼ਮੀਰਾ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹ ਆਪ ਜੀ ਨੂੰ ਕੱਲ੍ਹ ਨੂੰ ਦੀਵਾਨ ਸਜਾਉਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਕੱਲ੍ਹ ਨੂੰ ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਾਏ ਜਾਣੇ ਹਨ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਮਹਾਰਾਜ ਦੇ ਦਰ 'ਤੇ ਹਾਜ਼ਰੀਆਂ ਭਰ ਕੇ ਇਹ ਜੋ ਜੀਵਨ ਮਿਲਿਆ ਹੈ ਇਸ ਨੂੰ ਸਫਲਾ ਬਣਾਉਣਾ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਓ ਕਥਾ ਸਰਵਣ ਕਰੀਏ, ਗੁਰ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਭਰ ਨ ਸਕੈ ਮਹਿਮਾ ਜੋ ਤੁਮਾਰੀ। ਹਮ ਨਾ ਸਖਤ ਕਰ ਸਿਫਤ ਤਿਹਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚਉਪਈ ਤਬ ਸਿੰਘਨ ਘੋੜੇ ਲੈ ਖੋਲ, ਉਪਰ ਚੜੇ ਸੋ ਸਤਿਗੁਰ ਬੋਲ। ਤਬ ਸਿੰਘਨ ਘੋੜੇ ਲੈ ਖੋਲ, ਉਪਰ ਚੜੇ ਸੋ ਸਤਿਗੁਰ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਪਾਤਸ਼ਾਹ ਦੀ ਕਿਰਪਾ ਨਾਲ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ। ਅਤੇ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਕਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ, ਕਿਉਂਕਿ ਚੋਜੀ ਪਿਆਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੂਸਰੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ। ਖਾਲਸਾ ਜੀ, ਧੰਨ ਧੰਨ ਮਾਤਾ ਜੀਤਾ ਜੀ ਦੀ ਕੁੱਖ ਤੋਂ ਧੰਨ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ। ਪਰ ਵੇਖੋ, ਦੁਨੀਆ ਦੇ ਤਖਤੇ ਦੇ ਉੱਤੇ ਲੋਕ ਜਨਮ ਲੈਂਦੇ ਨੇ, ਜਨਮ ਤੋਂ ਬਾਅਦ ਜ਼ਿੰਦਗੀ ਬਤੀਤ ਕਰਦੇ ਨੇ, ਜ਼ਿੰਦਗੀ ਬਤੀਤ ਹੋਣ ਤੋਂ ਬਾਅਦ ਮਰ ਜਾਂਦੇ ਨੇ।
ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ, ਉਹਨਾਂ ਦੀ ਐਸੀ ਮਹਾਨ ਕਮਾਈ ਹੈ ਕਿ ਉਹ ਸਾਡੇ ਪੰਥ ਦੇ ਮਹਾਨ ਬਾਬੇ ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਉਹ ਅੱਜ ਵੀ ਅਮਰ ਨੇ, ਅੱਜ ਵੀ ਜਿਉਂਦੇ ਨੇ। ਕੋਈ ਅੱਜ ਵੀ ਉਹਨਾਂ ਨੂੰ ਚੇਤੇ ਕਰੇ ਤੇ ਸਦਾ ਹਾਜ਼ਰ ਰਹਿ ਕਰਕੇ ਵਰਤਦੇ ਨੇ। ਖਾਲਸਾ ਜੀ, ਕਿਉਂਕਿ ਦੁਨੀਆ ਦੇ ਤਖਤੇ ਤੇ ਬਾਬਾ ਸ਼ਬਦ ਸਤਕਾਰ ਵਾਸਤੇ ਆਪਾਂ ਵਰਤਦੇ ਹਾਂ, ਪਰ ਅਸਲ ਦੇ ਵਿੱਚ ਜੇ ਕੋਈ ਬਾਬਾ ਇਹ ਕੌਮ ਕਹਿਲਾਉਣ ਦਾ ਇਹ ਹੱਕ ਰੱਖਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰ ਹੱਕ ਰੱਖਦੇ। ਕਿਉਂਕਿ ਕੇਵਲ ਤੇ ਕੇਵਲ ਬਾਬਾ ਅਜੀਤ ਸਿੰਘ ਜੀ 19 ਸਾਲ ਦੀ ਉਮਰ ਵਿੱਚ ਤੇ ਬਾਬਾ ਜੁਝਾਰ ਸਿੰਘ ਜੀ 17 ਸਾਲ ਦੀ ਉਮਰ ਵਿੱਚ ਖਾਲਸਾ ਜੀ ਚਮਕੌਰ ਦੀ ਗੜੀ ਤੋਂ ਬਾਹਰ ਜਾ ਕਰਕੇ ਆਪਣੇ ਤਨ ਕੁਰਬਾਨ ਕਰਦੇ ਨੇ। ਤੇ ਕਿਸ ਵਾਸਤੇ? ਕੇਵਲ ਤੇ ਕੇਵਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜੇ ਹੋਏ ਖਾਲਸਾ ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਬਾਬਾ ਜੁਝਾਰ ਸਿੰਘ ਜੀ 17 ਸਾਲ ਦੀ ਉਮਰ ਦੇ ਵਿੱਚ 10 ਲੱਖ ਦੀ ਫੌਜ ਦਾ ਟਾਕਰਾ ਕਰਦੇ ਨੇ। ਸੋ ਐਸੀ ਮਹਾਨ ਕਮਾਈ। ਤੇ ਇੱਕ ਵਿਦਵਾਨ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਾਰੇ ਲਖਤੇ ਜਿਗਰਾਂ ਦੀ ਵਡਿਆਈ ਦੇ ਉੱਤੇ ਲਿਖਿਆ ਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਜਿੱਤ ਪਾਉਂਦੇ ਵੇਖਿਆ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਜੂਝਦੇ ਵੇਖਿਆ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਨੂੰ ਜੰਗ ਦੇ ਮੈਦਾਨ ਵਿੱਚ ਜ਼ੋਰ ਵਿਖਾਉਂਦੇ ਵੇਖਿਆ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਖਾਲਸਾ ਪੰਥ ਦੀ ਫਤਿਹ ਪੱਕੀ ਕਰਦੇ ਵੇਖਿਆ, ਦਸ਼ਮੇਸ਼ ਦੇ ਦੁਲਾਰਿਆਂ ਨੂੰ ਪੰਥ ਦੀਆਂ ਨੀਹਾਂ ਵਿੱਚ ਖੂਨ ਆਪਣੇ ਸਰੀਰ ਦਾ ਪਾਉਂਦੇ ਵੇਖਿਆ, ਖੂਨ ਆਪਣੇ ਸਰੀਰ ਦਾ ਪਾਉਂਦੇ ਵੇਖਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਲਖਤੇ ਜਿਗਰਾਂ ਨੇ ਖਾਲਸਾ ਪੰਥ ਦੀਆਂ ਨੀਹਾਂ ਦੇ ਵਿੱਚ ਆਪਣੇ ਤਨ ਦਾ ਲਹੂ ਪਾਇਆ। ਖਾਲਸਾ ਜੀ, ਪਰ ਵੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਜੋ ਮਹਾਨ ਜਿਹੜਾ ਸ਼ਬਦ ਆਪਾਂ ਪੜ੍ਹ ਰਹੇ ਸਾਂ ਕਿ ਭਾਈ ਹਮਾਰੇ ਸਦ ਹੀ ਜੀਵੀ, ਸੱਚਮੁੱਚ ਦੁਨੀਆ ਦੇ ਤਖਤੇ ਤੇ ਜਿੱਥੇ ਅਸੀਂ ਛਾਤੀ ਤੇ ਹੱਥ ਧਰ ਕੇ ਇਹ ਗੱਲ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ, ਉੱਥੇ ਮਾਣ ਨਾਲ ਇਹ ਗੱਲ ਵੀ ਕਹਿੰਦੇ ਆ ਕਿ ਅਸੀਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਭਰਾ ਵੀ, ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਐਸਾ ਮਹਾਨ ਪਿਆਰ ਗੁਰਸਿੱਖਾਂ ਨੂੰ ਕੀਤਾ। ਦੁਨੀਆ ਦੇ ਤਖਤੇ ਤੇ ਆਪ ਸਾਰੇ ਵੇਖੋਗੇ ਵੀ ਘਰ ਦੇ ਵਿੱਚ ਕਿਸੇ ਨੌਜਵਾਨ ਦਾ ਆਉਣ ਜਾਣ ਹੋਵੇ, ਕਿਸੇ ਨਾਲ ਪਿਆਰ ਹੋਵੇ ਨਾ, ਤੇ ਬੰਦਾ ਸੁਭਾਵਿਕ ਕਹਿ ਦਿੰਦਾ ਕਿ ਤੂੰ ਸਾਨੂੰ ਸਾਡੇ ਬੱਚਿਆਂ ਵਰਗਾ ਪਿਆਰਾ ਲੱਗਦਾ, ਤੂੰ ਸਾਨੂੰ ਸਾਡੇ ਪੁੱਤਰਾਂ ਵਰਗਾ ਪਿਆਰਾ ਲੱਗਦਾ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨਾ ਕਿ ਪਿਆਰ ਸਿੱਖਾਂ ਨਾਲ ਕੀਤਾ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੂੰ ਮੈਨੂੰ ਬਾਬਾ ਅਜੀਤ ਸਿੰਘ ਵਰਗਾ, ਬਾਬਾ ਜੁਝਾਰ ਸਿੰਘ ਵਰਗਾ ਪਿਆਰਾ ਲੱਗਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸਿੱਖਾ ਤੂੰ ਤੇ ਮੈਨੂੰ ਸਾਹਿਬਜ਼ਾਦਿਆਂ ਤੋਂ ਵੀ ਵੱਧ ਪਿਆਰਾ ਲੱਗਦਾ ਹੈ। ਖਾਲਸਾ ਜੀ, ਇਸੇ ਕਰਕੇ ਅਰਦਾਸ ਦੇ ਵਿੱਚ ਨਾ 5 ਪਿਆਰਿਆਂ ਦਾ ਨਾਮ ਪਹਿਲਾਂ ਆਉਂਦਾ ਹੈ, 4 ਸਾਹਿਬਜ਼ਾਦਿਆਂ ਦਾ ਨਾਮ ਬਾਅਦ ਵਿੱਚ ਹੈ। 5 ਪਿਆਰੇ 4 ਸਾਹਿਬਜ਼ਾਦੇ, ਪਹਿਲਾਂ 5 ਦਾ ਨਾਮ, ਪਹਿਲਾਂ ਗੁਰਸਿੱਖਾਂ ਦਾ ਨਾਮ। ਕਿੰਨਾ ਮਹਾਨ ਪਿਆਰ, ਕੈਸਾ ਲਾਡ ਸਤਿਗੁਰੂ ਨੇ ਲੜਾਇਆ ਵੀ ਕਹਿਣਾ ਪਵੇਗਾ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਜਦੋਂ ਸਿਰ ਤੇ ਦਸਤਾਰ ਸਜਾ ਕੇ ਬਾਹਰ ਜਾਂਦੇ ਆ, ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਛਤਰ ਸਿਰ ਤੇ ਝੁਲਦੇ ਨੇ। ਤੇ ਖਾਲਸਾ ਜੀ, ਜਦੋਂ ਵੇਖੋ ਧੰਨ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਗੜੀ ਦੇ ਅੰਦਰ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ ਨੇ, ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਚਮਕੌਰ ਦੀ ਗੜੀ ਦਾ ਬੂਹਾ ਖੋਲ ਕੇ ਮਹਾਰਾਜ ਨੇ ਜੰਗ ਦੇ ਮੈਦਾਨ ਵਿੱਚ ਜੂਝਣ ਵਾਸਤੇ ਭੇਜਿਆ। ਮੈਂ ਪਹਿਲਾਂ ਵੀ ਇਤਿਹਾਸ ਇੱਥੇ ਸਾਂਝਾ ਕੀਤਾ ਵੀ ਕਿਸ ਤਰ੍ਹਾਂ ਕਲਗੀਆਂ ਵਾਲੇ ਬਾਬਾ ਅਜੀਤ ਸਿੰਘ ਜੀ ਦੀ ਛਾਤੀ ਦੇ ਵਿੱਚ 300 ਤੋਂ ਵੱਧ ਤੀਰ ਲੱਗਦੇ ਵੇਖਦੇ,
ਤੇ ਕਿਸ ਤਰ੍ਹਾਂ ਬਾਬਾ ਜੁਝਾਰ ਸਿੰਘ 17 ਸਾਲ ਦੀ ਉਮਰ ਦੇ ਵਿੱਚ ਕੇਵਲ ਹੱਥ ਵਿੱਚ ਇੱਕ ਬਰਛਾ, ਇੱਕ ਸ਼੍ਰੀ ਸਾਹਿਬ ਪਕੜ ਕੇ 10 ਲੱਖ ਦੀ ਫੌਜ ਦਾ ਮੁਕਾਬਲਾ ਕਰਨ ਲਈ ਜਾਂਦੇ ਨੇ। ਤੇ ਖਾਲਸਾ ਜੀ ਪਟਕ ਪਟਕ ਕੇ ਬਾਬਾ ਜੁਝਾਰ ਸਿੰਘ ਨੇ ਦੁਸ਼ਮਣ ਦਾ ਮੁਕਾਬਲਾ ਕੀਤਾ। ਕਹਿੰਦੇ ਇੰਨੀ ਫੁਰਤੀ ਦੇ ਨਾਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਜੂਝ ਰਹੇ ਸਨ ਕਿ ਦੁਸ਼ਮਣ ਵਿੱਚ ਹਿੰਮਤ ਨਹੀਂ ਸੀ ਹੋ ਰਹੀ ਵੀ ਗੁਰੂ ਕੇ ਲਾਲ ਨੂੰ ਪਕੜ ਲਈਏ, ਮੁਕਾ ਦਈਏ। ਦੁਸ਼ਮਣਾਂ ਨੇ ਬਾਬਾ ਜੁਝਾਰ ਸਿੰਘ ਦੀ ਪਿੱਠ ਤੋਂ ਵਾਰ ਕਰਕੇ ਬਾਬਾ ਜੁਝਾਰ ਸਿੰਘ ਨੂੰ ਸ਼ਹੀਦ ਕੀਤਾ। ਤੇ ਜਦੋਂ ਦੋਵੇਂ ਲਖਤੇ ਜਿਗਰ ਚਮਕੌਰ ਦੀ ਗੜੀ ਵਿੱਚ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ, ਦੋ ਸਰਹੰਦ ਦੀਆਂ ਨੀਹਾਂ ਵਿੱਚ ਸ਼ਹੀਦ ਹੋਏ, ਤੇ ਉਹਨਾਂ ਨੇ ਸੋਚਿਆ ਹੋਏਗਾ ਕਿ ਕਲਗੀਧਰ ਪਾਤਸ਼ਾਹ ਹੁਣ ਡੋਲ ਗਏ ਹੋਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਖਤੇ ਜਿਗਰ, ਮਹਾਰਾਜ ਦੇ ਬੱਚੇ ਖਤਮ ਕਰ ਦਿੱਤੇ। ਪਰ ਉਦੋਂ ਕਲਗੀਆਂ ਵਾਲੇ ਨੇ ਕੈਸਾ ਪਿਆਰ ਬਖਸ਼ਿਆ ਸਾਨੂੰ ਸਿੱਖਾਂ ਨੂੰ। ਮਹਾਰਾਜ ਕਹਿੰਦੇ ਚੇਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤੇ ਚਾਰ, ਕੇ ਬਾਕੀ ਬੀਮਾਦਸਤ ਪੇਚੀ ਦੇ ਮਾਰ। ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ, ਕੇ ਆਤਸ਼ ਦਮਾਰਾ ਫਰੋਸ਼ਾ ਕੁਨੀ। ਔਰੰਗਿਆ ਇਹ ਨਾ ਸੋਚੀ ਵੀ ਚਾਰੇ ਲਖਤੇ ਜਿਗਰ ਤੂੰ ਕਤਲ ਕਰ ਦਿੱਤੇ। ਇਹ ਅੱਗ ਦੀਆਂ ਅੰਗਿਆੜੀਆਂ ਬੁਝੀਆਂ ਨਹੀਂ, ਬਲਕਿ ਉਹਨਾਂ ਅੱਗ ਦਾ ਬਹੁਤ ਵੱਡਾ ਭਾਂਬੜ ਮੱਚ ਕੇ ਤੇਰਾ ਰਾਜ ਮਲੀਆ ਮੇਟ ਕਰੇਗਾ। ਪਰ ਮੈਂ ਜੋ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਬਾਬਾ ਜੁਝਾਰ ਸਿੰਘ ਜੀ ਦਾ ਪ੍ਰਗਟ ਦਿਹਾੜਾ, ਜਨਮ ਦਿਹਾੜਾ, ਪਰ ਖਾਲਸਾ ਜੀ ਕਿੰਨੀ ਮਹਾਨ ਕਮਾਈ ਐਸੇ ਮਹਾਨ ਬਾਬਿਆਂ ਦੀ, ਜਿਨ੍ਹਾਂ ਨੇ ਆਪਣੇ ਤਨ ਦਾ ਲਹੂ ਚਮਕੌਰ ਦੀ ਗੜੀ ਦੇ ਵਿੱਚ ਡੋਲਿਆ। ਤੇ ਖਾਲਸਾ ਜੀ ਆਪਣੇ ਤਨ ਦਾ ਲਹੂ ਚਮਕੌਰ ਦੀ ਗੜੀ ਵਿੱਚ ਡੋਲ ਕਰਕੇ ਗੁਰਸਿੱਖਾਂ ਨੂੰ ਸਦੀਆਂ ਤਾਈਂ ਸਿਰ ਉੱਚਾ ਕਰਕੇ ਚੱਲਣ ਦੀ ਦਾਤ ਦੇ ਦਿੱਤੀ। ਇਹ ਮਹਾਨ ਦਾਤ ਦਿੱਤੀ ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਨੇ ਤੇ ਕਲਗੀਧਰ ਪਾਤਸ਼ਾਹ ਨੇ ਹੋਰ ਵੀ ਕਿਰਪਾ ਕਰ ਦਿੱਤੀ। ਹਰ ਇੱਕ ਬੰਦਾ ਕਹਿੰਦਾ ਤੂੰ ਮੈਨੂੰ ਮੇਰੇ ਪੁੱਤਰਾਂ ਵਰਗਾ ਪਿਆਰਾ ਲੱਗਦਾ, ਪਰ ਕੇਵਲ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਤੂੰ ਮੈਨੂੰ ਮੇਰੇ ਪੁੱਤਰਾਂ ਤੋਂ ਵੀ ਵੱਧ ਪਿਆਰਾ ਲੱਗਦਾ। ਆਪਨ ਪਉ ਸ਼੍ਰੀ ਖਾਲਸੇ ਸੌਂਪਾ, ਦਵੈਤੇ ਰੂਪ ਸਤਿਗੁਰੂ ਗ੍ਰੰਥ। ਸੋ ਐਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚੋਜੀ ਪਿਆਰੇ ਸਤਿਗੁਰੂ ਦੇ ਲਖਤੇ ਜਿਗਰ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ ਤੇ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਧੰਨ ਬਾਬਾ ਜੁਝਾਰ ਸਿੰਘ ਜੀ ਬਾਰੇ, ਬਾਬਾ ਜੁਝਾਰ ਸਿੰਘ ਦੇ ਪਹਿਰਾਵੇ ਬਾਰੇ, ਬਾਬਾ ਜੁਝਾਰ ਸਿੰਘ ਜੀ ਦੇ ਜੀਵਨ ਬਾਰੇ ਜ਼ਰੂਰ ਦਸੀਏ, ਤਾਂ ਕਿ ਸਾਡੇ ਬੱਚੇ ਵੀ ਸਾਡੇ ਵੱਡਿਆਂ ਦੇ ਪਾਏ ਪੂਰਨਿਆਂ ਤੇ ਚੱਲ ਸਕਣ। ਸੋ ਬੀਤੇ ਦਿਨੀ ਆਪ ਜੀ ਸਰਵਣ ਕਰ ਰਹੇ ਸੋ ਕਿ ਜਦੋਂ ਖਾਲਸਾ ਜੀ ਜਸਪਤ ਰਾਏ ਤੇ ਲਖਪਤ ਰਾਏ ਦੋ ਦੀਵਾਨ ਸ਼ਾਹ ਨਿਵਾਜ ਦੇ ਬਣੇ, ਸ਼ਾਹ ਨਿਵਾਜ ਨੇ ਸਿੰਘਾਂ ਦਾ ਪੱਤਾ ਪੱਤਾ ਵੈਰੀ ਕਰ ਦਿੱਤਾ। ਗੁਰੂ ਕੇ ਸਿੱਖ ਜੰਗਲਾਂ ਵਿੱਚ ਰਾਤਾਂ ਕੱਟਦੇ, ਜੰਗਲਾਂ ਵਿੱਚ ਕਹਿੰਦੇ ਰਹਿਣ ਨਹੀਂ ਦਿੰਦੇ, ਘਰਾਂ ਵਿੱਚ ਰਹਿਣ ਨਹੀਂ ਦਿੰਦੇ। ਗੁਰੂ ਕੇ ਸਿੱਖ ਦਰਿਆਵਾਂ ਵਿੱਚ ਜਾ ਕੇ ਰਾਤਾਂ ਕੱਟਦੇ, ਕਦੇ ਰਾਵੀ ਦਰਿਆ ਚਲੇ ਜਾਣਾ, ਕਦੇ ਬਿਆਸਾ ਚਲੇ ਜਾਣਾ, ਕਦੇ ਸਤਲੁਜ ਚਲੇ ਜਾਣਾ। ਪਰ ਕਹਿੰਦੇ ਦੁਸ਼ਮਣਾਂ ਨੇ ਦਰਿਆਵਾਂ ਦੇ ਵਿੱਚ ਵੀ ਗੁਰੂ ਕੇ ਸਿੱਖਾਂ ਨੂੰ ਰਹਿਣ ਨਾ ਦਿੱਤਾ। ਅੱਜ ਸਮਾਂ ਬੜਾ ਸੁਖੈਲਾ ਗੁਰਸਿੱਖਾਂ ਤੇ ਆ ਗਿਆ। ਅੱਜ ਖਾਣ ਵਾਸਤੇ ਮਿਲ ਰਿਹਾ ਸਿੱਖਾਂ ਨੂੰ, ਪਾਣ ਵਾਸਤੇ ਮਿਲ ਰਿਹਾ, ਸੌਣ ਵਾਸਤੇ ਵੀ ਮਿਲ ਰਿਹਾ। ਪਰ ਖਾਲਸਾ ਜੀ ਉਹ ਹਾਲਾਤ ਐਸੇ ਸੀ ਜਦੋਂ ਸਿੱਖਾਂ ਦੇ ਰਹਿਣ ਤੇ ਪਾਬੰਦੀ ਸੀ, ਸਿੱਖਾਂ ਦੇ ਸੌਣ ਤੇ ਪਾਬੰਦੀ ਸੀ, ਸਿੱਖਾਂ ਦੇ ਖਾਣ ਤੇ ਪਾਬੰਦੀ ਸੀ, ਸਿੱਖਾਂ ਦੇ ਪਹਿਨਣ ਤੇ ਵੀ ਪਾਬੰਦੀ ਸੀ। ਹਰ ਪਾਸਿਓਂ ਪਾਬੰਦੀਆਂ ਲਾ ਕੇ ਸਿੱਖਾਂ ਨੂੰ ਖਤਮ ਕੀਤਾ ਜਾ ਰਿਹਾ ਸੀ। ਉਸ ਵਕਤ ਸਾਡੇ ਫਿਰ ਬਜ਼ੁਰਗਾਂ ਨੇ ਸੰਘਰਸ਼ ਕੀਤੇ ਪਰ ਸਿੱਖੀ ਨਹੀਂ ਛੱਡੀ। ਤੇ ਹੁਣ ਗੁਰੂ ਕੇ ਸਿੱਖ ਕਹਿੰਦੇ ਖਾਲਸਾ ਜੀ ਹੁਣ ਇਕੱਤਰਤ ਹੋ ਕੇ ਨਾ ਇਹ ਦੁਸ਼ਮਣ ਨਾਲ ਲੜਨਾ ਪਵੇਗਾ, ਕਿਉਂਕਿ ਜੇ ਪਾਤਸ਼ਾਹੀ ਦਾ ਦਾਵਾ ਬਰਕਰਾਰ ਰੱਖਣਾ ਹੈ, ਜੇ ਖਾਲਸੇ ਦਾ ਰਾਜ ਕਾਇਮ ਕਰਨਾ ਹੈ, ਫਿਰ ਮੁਗਲ ਹਕੂਮਤ ਦਾ ਰਾਜ ਮਲੀਆ ਮੇਟ ਕਰਨਾ ਪਵੇਗਾ। ਸੋ ਕਿਸ ਤਰ੍ਹਾਂ ਮੁਗਲਾਂ ਦੀਆਂ ਟੁਕੜੀਆਂ ਤੇ ਗੁਰੂ ਕੇ ਸਿੱਖ ਹਮਲੇ ਕਰਦੇ, ਬਾਅਦ ਵਿੱਚ ਫਿਰ ਕਿਵੇਂ ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਵਾਪਰਦਾ, ਉਹ ਆਪਾਂ ਹੁਣ ਸਰਵਣ ਕਰਾਂਗੇ। ਕਿਉਂਕਿ ਇਨ੍ਹਾਂ ਘੱਲੂਘਾਰਿਆਂ ਦੇ ਵਿੱਚ 30-30 ਹਜ਼ਾਰ ਦੀ ਗਿਣਤੀ ਵਿੱਚ ਸਿੱਖਾਂ ਨੇ ਸ਼ਹੀਦੀਆਂ ਪਾਈਆਂ, ਛੋਟੇ ਛੋਟੇ ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ। ਖਾਲਸਾ ਜੀ ਐਸੇ ਮਹਾਨ ਸ਼ਹੀਦਾਂ ਦੇ ਇਤਿਹਾਸ ਨੂੰ
ਆਰੰਭ ਕਰਨ ਤੋਂ ਪਹਿਲਾਂ ਆਓ ਇੱਕ ਵਾਰ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਸਹਿਤ ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਤਬ ਸਿੰਘਨ ਘੋੜੇ ਲਏ ਖੋਲ। ਹੁਣ ਗੁਰੂ ਕਿਆਂ ਸਿੱਖਾਂ ਨੇ ਗੁਰਮਤੇ ਕਰ ਲਏ ਵੀ ਜਿੱਥੇ ਜਿੱਥੇ ਮੁਗਲਾਂ ਦੀਆਂ ਫੌਜਾਂ ਰਹਿੰਦੀਆਂ ਉੱਥੇ ਜਾ ਕੇ ਹਮਲੇ ਕਰੀਏ। ਹੁਣ ਫੌਜਾਂ ਤੇ ਮੁਗਲਾਂ ਦੇ ਸਿਪਾਹੀਆਂ ਤੇ ਹਮਲੇ ਕਰਕੇ ਜਿਹੜੇ ਉਹਨਾਂ ਦੇ ਘੋੜੇ ਹੋਣੇ, ਹੁਣ ਕਿਉਂਕਿ ਉਦੋਂ ਐਸਾ ਸਮਾਂ ਆ ਗਿਆ ਸੀ ਵੀ ਸਿੱਖਾਂ ਦੇ ਕੋਲ ਬਹੁਤੀ ਮਾਇਆ ਨਹੀਂ ਸੀ ਰਹਿ ਗਈ। ਅੱਜ ਦੁਨੀਆ ਦੇ ਵਿੱਚ ਸਿੱਖ ਕੌਮ ਸਭ ਤੋਂ ਵੱਧ ਅਮੀਰ ਹੈ। ਸਿੱਖ ਕੌਮ ਨੂੰ ਅਮੀਰੀ ਕਲਗੀਆਂ ਵਾਲੇ ਨੇ ਬਖਸ਼ੀ ਹੈ। ਪਰ ਉਹ ਐਸਾ ਸਮਾਂ ਸੀ ਜਦੋਂ ਕੱਪੜੇ ਵੀ ਖਰੀਦਣ ਵਾਸਤੇ ਨਹੀਂ ਸਨ, ਜਦੋਂ ਘੋੜੇ ਸ਼ਸਤਰ ਵਸਤਰ ਖਰੀਦਣ ਵਾਸਤੇ ਸਿੱਖਾਂ ਕੋਲ ਮਾਇਆ ਨਾ ਰਹੀ। ਉਦੋਂ ਫਿਰ ਉਹ ਜ਼ੁਲਮੀ ਰਾਜ ਦਾ ਸ਼ਾਹੀ ਖਜ਼ਾਨਾ ਗੁਰੂ ਕੇ ਸਿੱਖ ਲੁੱਟਦੇ, ਜਿਹੜੇ ਲੋਕਾਂ ਦੇ ਉੱਤੇ ਅਤਿਆਚਾਰ ਕਰ ਰਹੇ ਸਨ। ਹੁਣ ਜਿੱਥੇ ਮੁਗਲਾਂ ਦੇ ਸਿਪਾਹੀ ਸੀ, ਸਾਡੇ ਪੂਰਵਜ ਗਏ, ਕਹਿੰਦੇ ਜਾਂਦਿਆਂ ਹੀ ਉਹਨਾਂ ਫੌਜਾਂ ਦੇ ਘੋੜੇ ਖੋਲ ਲਏ। ਉੱਪਰ ਚੜੇ ਸੋ ਸਤਿਗੁਰ ਬੋਲ। ਪਰ ਵੇਖੋ ਸਤਿਗੁਰ ਤੇ ਕਿੱਡਾ ਭਰੋਸਾ ਤੇ ਕਿੱਡਾ ਪਿਆਰ। ਕਹਿੰਦੇ ਘੋੜੇ ਖੋਲ ਕੇ ਕਲਗੀਆਂ ਵਾਲੇ ਪਾਤਸ਼ਾਹ ਦਾ ਨਾਮ ਲੈ ਕੇ ਫਿਰ ਘੋੜੇ ਤੇ ਸਵਾਰ ਹੋਏ। ਸਤਿਗੁਰੂ ਨੂੰ ਚੇਤੇ ਕੀਤੇ ਬਿਨਾ ਘੋੜੇ ਤੇ ਵੀ ਸਵਾਰ ਨਹੀਂ ਸਨ ਹੁੰਦੇ। ਇਹ ਸਾਡੇ ਪੂਰਵਜਾਂ ਦਾ, ਬਜ਼ੁਰਗਾਂ ਦਾ ਨੇਮ ਹੁੰਦਾ ਸੀ ਵੀ ਘਰ ਤੋਂ ਨਿਕਲਣ ਤੋਂ ਪਹਿਲਾਂ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕਰਕੇ ਨਿਕਲਦੇ ਸੀ। ਤੇ ਜਦੋਂ ਘਰ ਤੋਂ ਨਿਕਲਣ ਤੋਂ ਪਹਿਲਾਂ ਅਰਦਾਸ ਕਰਕੇ ਨਿਕਲਦੇ ਸੀ, ਹਰ ਇੱਕ ਕਾਰਜ ਵਿੱਚ ਸਤਿਗੁਰੂ ਸਹਾਈ ਹੁੰਦੇ ਸਨ। ਹੁਣ ਖਾਲਸਾ ਜੀ ਆਪਾਂ ਅਰਦਾਸ ਤੋਂ ਦੂਰ ਹੁੰਦੇ ਜਾਂਦੇ ਆ, ਕੰਮ ਸ਼ੁਰੂ ਕਰ ਲੈਨੇ ਆ। ਜਦੋਂ ਕੰਮ ਨਹੀਂ ਬਣਦਾ ਫਿਰ ਕਹਿੰਦੇ ਭਾਈ ਸਾਹਿਬ ਅਰਦਾਸ ਕਰ ਦਿਓ, ਕੰਮ ਨਹੀਂ ਬਣਦਾ। ਪਰ ਮੈਂ ਬੇਨਤੀ ਕਰਾਂ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਜੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਤੇ ਸਤਿਗੁਰੂ ਕਹਿੰਦੇ ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ, ਜਾ ਤੁਧ ਪਾਵੰਦਾ। ਜੇ ਅਰਦਾਸ ਕਰਕੇ ਕੋਈ ਕਾਰਜ ਸ਼ੁਰੂ ਕਰਾਂਗੇ, ਕਹਿੰਦੇ ਹਰ ਇੱਕ ਕਾਰਜ ਦੇ ਵਿੱਚ ਸਤਿਗੁਰੂ ਆਪ ਸਹਾਈ ਹੋਣਗੇ। ਦੂਜੇ ਗੈਲੇ ਲਏ ਲਗਾਏ। ਤੇ ਖਾਲਸਾ ਜੀ ਘੋੜੇ ਖੋਲ ਕੇ ਘੋੜਿਆਂ ਨੂੰ ਨਾਲ ਹੀ ਲੈ ਗਏ। ਗੈਲ ਪੜੈ ਤਿਸ ਆਵੈ ਘਾਏ। ਤੇ ਖਾਲਸਾ ਜੀ ਜਿਹੜੇ ਤੁਰਕ ਸੀ ਪਿੱਛੋਂ ਜਦੋਂ ਜਾ ਕੇ ਪਿੱਛਾ ਕਰਦੇ, ਉਹਨਾਂ ਦਾ ਫਿਰ ਗੁਰੂ ਕੇ ਸਿੰਘ ਸੋਧਾ ਲਾਉਂਦੇ। ਦੋਹਰਾ ਜਿਤਨੇ ਘੋੜੇ ਥੇ ਮਰੇ, ਉਤਨੇ ਸਿੰਘਨ ਲੀਨ। ਕਹਿੰਦੇ ਜਿੰਨਾ ਕਿ ਘੋੜਿਆਂ ਦਾ ਨੁਕਸਾਨ, ਸਿੱਖਾਂ ਦੇ ਘੋੜਿਆਂ ਦਾ ਨੁਕਸਾਨ ਹੋਇਆ ਸੀ ਨਾ, ਓਨੇ ਹੀ ਘੋੜੇ ਗੁਰੂ ਕੇ ਸਿੱਖਾਂ ਨੇ ਸ਼ਾਹੀ ਖਜ਼ਾਨੇ, ਸ਼ਾਹੀ ਮਹਿਲਾਂ ਚੋਂ ਖੋਲੇ, ਵੱਧ ਨਹੀਂ ਖੋਲੇ। ਭਾਵ ਲਾਲਚ ਨਹੀਂ ਕੀਤਾ। ਜੇ 10 ਘੋੜੇ ਮੁਗਲਾਂ ਨੇ ਮਾਰੇ ਤੇ 10 ਘੋੜੇ ਹੀ ਖੋਲ ਕੇ ਲਿਆਏ। ਇਹ ਨਹੀਂ ਕਿ 50 ਬੰਨੇ ਨੇ ਤੇ 50 ਦੇ 50 ਹੀ ਲੈ ਚੱਲੋ। ਭਾਵ ਲਾਲਚ ਨਹੀਂ ਕੀਤਾ, ਕੇਵਲ ਤੇ ਕੇਵਲ ਆਪਣੀ ਲੋੜ ਪੂਰੀ ਕਰਨ ਵਾਸਤੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਉਹਨੇ ਘੋੜੇ ਹੀ ਖੋਲ ਕੇ ਲਿਆਏ, ਜਿੰਨੇ ਘੋੜਿਆਂ ਨੂੰ ਖਤਮ ਮੁਗਲਾਂ ਨੇ ਕੀਤਾ ਸੀ। ਨਿਤ ਪ੍ਰਤ ਐਸੀ ਵਿਧ ਕਰੈ, ਫੌਜ ਤੁਰਕ ਭਈ ਖੀਨ। ਹੁਣ ਦਿਨ ਪ੍ਰਤ ਨਿਤਾ ਪ੍ਰਤ ਇਸੇ ਤਰ੍ਹਾਂ ਗੁਰਸਿੱਖਾਂ ਨੇ ਮੁਗਲਾਂ ਦੀ ਟੁਕੜੀਆਂ ਤੇ ਹਮਲਾ ਕਰਨਾ ਤੇ ਤੁਰਕਾਂ ਦੀ ਫੌਜ ਦਾ ਬਹੁਤ ਨੁਕਸਾਨ ਹੋ ਗਿਆ। ਦੇਖੋ ਭਾਈ ਗੁਰ ਕਲਾ ਆਏ ਮਾਰਨ ਓਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਆ ਕਲਗੀਆਂ ਵਾਲੇ ਪਾਤਸ਼ਾਹ ਦੀ ਕਲਾ ਹੈ। ਇਹ ਗੁਰੂ ਗੋਬਿੰਦ ਸਿੰਘ ਦੀ ਕਲਾ ਪ੍ਰਤੱਖ ਵਰਤੀ ਕਿ ਜਿਹੜੇ ਸਿੱਖਾਂ ਨੂੰ ਮਾਰਨ ਵਾਸਤੇ ਆਏ, ਕਹਿੰਦੇ ਗੁਰਬਾਣੀ ਦੇ ਪ੍ਰਤਾਪ ਦੇ ਨਾਲ ਸਿੱਖਾਂ ਨੇ ਉਹਨਾਂ ਜ਼ੁਲਮਾਂ ਨੂੰ ਹੀ ਮਾਰ ਦਿੱਤਾ। ਤੇ ਉਹ ਮਾਰੇ ਖਾਲਸੇ ਤੁਰਕ ਘਨੇ ਥੇ ਸੋਏ। ਹੁਣ ਵੇਖੋ ਤੁਰਕ ਬੜੀ ਵੱਡੀ ਗਿਣਤੀ ਦੇ ਵਿੱਚ ਨੇ, ਸਿੱਖ ਮੁੱਠੀ ਭਰ ਨੇ, ਪਰ ਫਿਰ ਵੀ ਸਿੱਖ ਡਟ ਕੇ ਮੁਕਾਬਲਾ ਕਰ ਰਹੇ ਨੇ। ਚਉਪਈ ਤੁਰਕ ਫੌਜ ਫਿਰ ਬਹੁਤੀ ਆਵੈ। ਤੇ ਜਦੋਂ ਸਿੱਖਾਂ ਨੇ ਪਹਿਲਾਂ ਹਮਲਾ ਕਰਨਾ, ਜਾ ਕੇ ਲੁੱਟ ਘਸੁੱਟ ਕਰਨੀ, ਕਹਿੰਦੇ ਤੁਰਕਾਂ ਨੇ ਲਾਹੌਰ ਦਰਬਾਰ ਵਿੱਚ ਜਾ ਕੇ ਕਹਿਣਾ ਤੇ ਲਾਹੌਰ ਤੋਂ ਫਿਰ ਵੱਡੀ ਗਿਣਤੀ ਵਿੱਚ ਫੌਜ ਸਿੱਖਾਂ ਨੂੰ ਪਕੜਨ ਵਾਸਤੇ ਆ ਜਾਣੀ। ਥੋੜੇ ਸਿੰਘ ਸੋ ਤਹਿ ਲੁਕ ਜਾਵੈ। ਤੇ ਜਿਹੜੇ ਫਿਰ ਥੋੜੇ ਸਿੰਘ ਹੋਣੇ, ਉਹਨਾਂ ਜੰਗਲਾਂ ਵਿੱਚ ਜਾ ਕੇ ਰਾਤਾਂ ਕੱਟਣੀਆਂ। ਤਾਹਾਂ ਲੋਕਾਂ ਜਹ ਹੋਏ ਵੱਡ ਝੱਲ। ਉੱਥੇ ਜਾ ਕੇ ਲੁਕਦੇ ਜਿੱਥੇ ਬਹੁਤ ਜ਼ਿਆਦਾ ਖਾਲਸਾ ਜੀ ਜੰਗਲ ਹੋਵੇ, ਉਹਨਾਂ ਦੇ ਵਿੱਚ ਜਾ ਕਰਕੇ ਗੁਰੂ ਕੇ ਸਿੱਖ ਲੁਕ ਜਾਂਦੇ।
ਲਵੈ ਗੜ ਕਾਨਨ ਕੋ ਮਲ ਤੇ ਜੰਗਲਾਂ ਨੂੰ ਹੀ ਗੁਰੂ ਕੇ ਸਿੱਖਾਂ ਨੇ ਆਪਣਾ ਕਿਲਾ ਬਣਾ ਲਿਆ। ਰਾਤ ਸਿੰਘ ਹੋਏ ਬਹੁ ਹੁਸ਼ਿਆਰ ਤੇ ਅੱਧੀ ਰਾਤ ਨੂੰ ਕਹਿੰਦੇ ਗੁਰੂ ਕੇ ਸਿੰਘ ਹੁਸ਼ਿਆਰ ਹੋ ਜਾਂਦੇ, ਕਿਉਂਕਿ ਉਦੋਂ ਜਿਹੜੇ ਮੁਗਲ ਹਕੂਮਤ ਦੇ ਚੌਧਰੀ ਹੁੰਦੇ, ਫੌਜਦਾਰ ਹੁੰਦੇ, ਸ਼ਹਿਰਾਂ ਦੇ ਵਿੱਚੋਂ ਬੱਚੀਆਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਸਨ, ਉਹਨਾਂ ਦੀ ਬੇਪੱਤੀ ਕਰਦੇ ਸੀ। ਧੀਆਂ ਭੈਣਾਂ ਨੂੰ, ਬਹੂ ਬੇਟੀਆਂ ਨੂੰ ਲੈ ਜਾਣਾ, ਬੇਪੱਤੀ ਕਰਨੀ। ਫਿਰ ਉਹਨਾਂ ਲੋੜਵੰਦਾਂ ਨੇ ਖਾਲਸਿਆਂ ਕੋਲ ਆ ਕੇ ਫਰਿਆਦ ਕਰਨੀ ਵੀ ਸਾਡੀਆਂ ਬੱਚੀਆਂ ਛੁਡਾ ਕੇ ਲਿਆਓ। ਉਦੋਂ ਫਿਰ ਗੁਰੂ ਕੇ ਸਿੱਖਾਂ ਨੇ ਰਾਤਾਂ ਨੂੰ 12-12 ਵਜੇ ਜਾ ਕੇ ਮੁਗਲਾਂ ਤੇ ਹਮਲਾ ਕਰਨਾ, ਜਦੋਂ ਮੁਗਲਾਂ ਨੇ ਸੁੱਤੇ ਹੋਣਾ। ਆ ਪਹਿਲਾਂ ਬਹੁਤ ਚੱਲਦਾ ਸੀ, ਜਦੋਂ ਕਹਿੰਦੇ ਸੀ ਵੀ ਸਿੱਖਾਂ ਦੇ 12 ਵੱਜ ਗਏ, ਉਹ 12 ਸਿੱਖਾਂ ਦੇ ਨਹੀਂ ਸੀ ਵੱਜਦੇ, ਵੱਜਦੇ ਉਹਨਾਂ ਦੇ ਸੀ ਜਿਨ੍ਹਾਂ ਦੀਆਂ ਧੀਆਂ ਭੈਣਾਂ ਬੰਦੀ ਬਣਾ ਕੇ ਲੈ ਜਾਂਦੇ ਸੀ। ਗੁਰੂ ਕੇ ਖਾਲਸੇ ਤੇ ਅੱਧੀ ਰਾਤ ਨੂੰ ਜਾ ਕਰਕੇ ਧੀਆਂ ਭੈਣਾਂ ਨੂੰ ਛਡਾ ਕੇ ਲਿਆਉਂਦੇ ਤੇ ਸਹੀ ਸਲਾਮਤ ਆਪਣੇ ਘਰਾਂ ਤੱਕ ਛੱਡ ਕੇ ਆਉਂਦੇ। ਇਹ ਖਾਲਸਾ ਜੀ ਸਿੱਖ ਦਾ ਕਿਰਦਾਰ ਸੀ, ਸਿੱਖ ਦਾ ਜੀਵਨ ਸੀ। ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਇੱਕ ਦਿਨ ਦੇ ਵਿੱਚ 22,000 ਬਹੂ ਬੇਟੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਕੈਦ ਤੋਂ ਛਡਵਾਇਆ ਸੀ, ਜਿਹਨੂੰ ਗਜਨੀ ਵੇਚਣ ਵਾਸਤੇ ਉਹ ਲੈ ਕੇ ਜਾ ਰਿਹਾ ਸੀਗਾ। 22,000 ਬੱਚੀਆਂ ਛਡਾਈਆਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ। ਇਹ ਸਿੱਖਾਂ ਦਾ ਕਿਰਦਾਰ ਹੈ। ਲੇਵਾ ਤੁਰਕਨ ਕੋ ਫਿਰ ਮਾਰ। ਹੁਣ ਖਾਲਸਾ ਜੀ ਇਸ ਤਰ੍ਹਾਂ ਕਹਿੰਦੇ ਅੱਧੀ ਰਾਤ ਨੂੰ ਜਾ ਕੇ ਜਦੋਂ ਅਕਾਲ ਅਕਾਲ ਗੁਰਬਰ ਅਕਾਲ ਦੇ ਜਕਾਰੇ ਲਾ ਕੇ ਹਮਲਾ ਕਰਨਾ, ਜਾ ਕੇ ਤੁਰਕਾਂ ਦੀ ਫੌਜ ਦਾ ਖਾਤਮਾ ਕਰ ਦੇਣਾ। ਦਿਨ ਮੈਂ ਤੁਰਕ ਬਹੁਤ ਮਿਲਤਾਵੈ। ਕਿਉਂਕਿ ਦਿਨ ਦੇ ਵਿੱਚ ਮੁਗਲ ਹਕੂਮਤ ਨੇ ਖਬਰੀ ਵੀ ਬਹੁਤ ਛੱਡੇ ਸੀ ਵੀ ਸਿੱਖ ਕਿੱਥੇ ਰਹਿੰਦੇ ਨੇ, ਤੇ ਦਿਨ ਦੇ ਵਿੱਚ ਵੱਡੀ ਗਿਣਤੀ ਵਿੱਚ ਆ ਕਰਕੇ ਸਿੱਖਾਂ ਤੇ ਹਮਲੇ ਕਰਦੇ ਸੀ। ਲੋਕੇ ਸਿੰਘ ਤਿਨ ਹੱਥ ਨਾ ਆਵੈ। ਪਰ ਕਹਿੰਦੇ ਜੰਗਲਾਂ ਵਿੱਚ ਗਏ ਹੋਏ ਗੁਰੂ ਕੇ ਸਿੱਖ ਉਹਨਾਂ ਦੇ ਹੱਥ ਨਹੀਂ ਸਨ ਆਉਂਦੇ। ਤੁਰਕ ਸੋ ਡਰਤੇ ਥੜੈ ਨਾ ਝੱਲ। ਤੇ ਤੁਰਕ ਵੀ ਡਰਦੇ ਜੰਗਲਾਂ ਵੱਲ ਨਹੀਂ ਸਨ ਜਾਂਦੇ। ਝੱਲ ਬੜੈ ਸਿੰਘ ਮਾਰਨ ਰਲ। ਕਿਉਂਕਿ ਜੰਗਲਾਂ ਵਿੱਚ ਗੁਰੂ ਕੇ ਸਿੱਖਾਂ ਨੇ ਮੋਰਚਾਬੰਦੀ ਕੀਤੀ ਸੀ। ਪਤਾ ਨਹੀਂ ਸੀ ਲੱਗਦਾ ਵੀ ਕਿੱਧਰੋਂ ਕਿਸ ਸਿੱਖ ਨੇ ਆ ਕੇ ਹਮਲਾ ਕਰ ਦੇਣਾ। ਡਰਦੇ ਤੁਰਕਾਂ ਦੀ ਫੌਜ ਦੇ ਸਿਪਾਹੀ ਜੰਗਲਾਂ ਵਿੱਚ ਨਹੀਂ ਸਨ ਜਾਂਦੇ। ਝੱਲੋ ਸਿੰਘ ਤੋਂ ਬਾਹਰ ਜਾਵੈ। ਤੇ ਜਦੋਂ ਖਾਲਸਾ ਜੀ ਗੁਰੂ ਕੇ ਸਿੰਘ ਜੰਗਲਾਂ ਤੋਂ ਕਿਤੇ ਬਾਹਰ ਨੂੰ ਜਾਂਦੇ ਹੱਲਾ ਕਰਨ ਵਾਸਤੇ, ਤੁਰਕਨ ਫੌਜ ਦੂਰ ਸੁਣ ਪਾਵੈ। ਤੇ ਖਾਲਸਿਆਂ ਦਾ ਜਕਾਰਾ ਸੁਣ ਕੇ ਕਹਿੰਦੇ ਤੁਰਕਾਂ ਦੀ ਫੌਜ ਇੱਕ ਵਾਰ ਵਾਪਸ ਲਾਹੌਰ ਨੂੰ ਭੱਜ ਜਾਂਦੀ ਸੀ ਵੀ ਸਿੰਘ ਆ ਗਏ ਤੇ ਕਿਤੇ ਇਹਨਾਂ ਨਾਲ ਟਾਕਰਾ ਨਾ ਹੋ ਜਾਵੇ, ਹੋਰ ਗਿਣਤੀ ਦੇ ਵਿੱਚ ਫੌਜ ਲੈ ਕਰਕੇ ਆਈਏ। ਮਾਰਨ ਰਸਤੇ ਦਿੱਲੀ ਲਾਹੌਰ। ਤੇ ਜਦੋਂ ਲਾਹੌਰ ਵੱਲ ਨੂੰ ਇਹਨਾਂ ਨੇ ਜਾਣਾ, ਕਹਿੰਦੇ ਗੁਰੂ ਕੇ ਸਿੱਖਾਂ ਨੇ ਰਾਹ ਦੇ ਵਿੱਚ ਹੀ ਖਾਲਸਾ ਜੀ ਮੁਗਲਾਂ ਦੇ ਸਿਪਾਹੀਆਂ ਨੂੰ ਲੁੱਟ ਲੈਣਾ। ਕੋਈ ਮਾਰੇ ਰਾਹ ਪਛੋਰ। ਤੇ ਆ ਅਹਿਮਦ ਸ਼ਾਹ ਅਬਦਾਲੀ ਵਰਗੇ, ਨਾਦਰ ਸ਼ਾਹ ਵਰਗੇ ਚੜ ਕੇ ਆਉਂਦੇ ਰਹੇ। ਖਾਲਸਾ ਜੀ ਅਫਗਾਨਿਸਤਾਨ ਵੱਲੋਂ, ਬਲੋਚਿਸਤਾਨ ਵੱਲੋਂ, ਪਸ਼ੌਰ ਵੱਲੋਂ ਭਾਰਤ ਨੂੰ ਲੁੱਟਣ ਵਾਸਤੇ ਕਹਿੰਦੇ ਇਹਨਾਂ ਨੇ ਉਧਰੋਂ ਚੜ ਕੇ ਆਉਣਾ, ਦਿੱਲੀ ਜਾਣਾ, ਆਗਰੇ ਜਾਣਾ, ਆਗਰੇ ਦਿੱਲੀ ਨੂੰ ਲੁੱਟ ਕੇ ਜਦੋਂ ਵਾਪਸ ਨੂੰ ਜਾਣਾ, ਤੇ ਕਹਿੰਦੇ ਇਹ ਦਿੱਲੀ ਲੁੱਟ ਕੇ ਲਿਆਉਂਦੇ, ਆਗਰਾ ਲੁੱਟ ਕੇ ਲਿਆਉਂਦੇ, ਤੇ ਰਸਤੇ ਵਿੱਚ ਗੁਰੂ ਕੇ ਸਿੰਘ ਇਹਨਾਂ ਨਾਦਰ ਸ਼ਾਹ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੂੰ ਲੁੱਟ ਲੈਂਦੇ। ਰਸਤੇ ਵਿੱਚ ਘੇਰਾ ਪਾ ਕਰਕੇ ਗੁਰੂ ਕੇ ਸਿੱਖ ਇਹਨਾਂ ਨੂੰ ਲੁੱਟ ਲੈਂਦੇ ਜਿਹੜੇ ਭਾਰਤ ਨੂੰ ਲੁੱਟਦੇ ਰਹੇ। ਅੱਗੇ ਪਿੱਛੇ ਹੋਏ ਲੁੱਟਾਂ ਲਾਹੌਰ। ਸੋ ਕਹਿੰਦੇ ਇਸ ਤਰ੍ਹਾਂ ਮੋਰਚਾਬੰਦੀ ਕਰਕੇ ਪਹਿਲਾਂ ਸਿਪਾਹੀਆਂ ਨੂੰ ਲੁੱਟਣਾ, ਬਾਅਦ ਵਿੱਚ ਜਿਹੜਾ ਇਹਨਾਂ ਨੇ ਨਜ਼ਰਾਨਾ ਲੋਕਾਂ ਦੇ ਉੱਤੇ ਅਤਿਆਚਾਰ ਕਰਕੇ ਇਕੱਠਾ ਕੀਤਾ ਹੁੰਦਾ ਸੀ, ਉਹਨੂੰ ਵੀ ਗੁਰੂ ਕੇ ਸਿੱਖਾਂ ਨੇ ਖੋਹ ਕੇ ਵਾਪਸ ਉਹਨਾਂ ਗਰੀਬ ਪਰਿਵਾਰਾਂ ਨੂੰ ਦੇ ਦੇਣਾ, ਜਿਹੜੇ ਗਰੀਬ ਪਰਿਵਾਰਾਂ ਨੂੰ ਬੰਦੀ ਬਣਾ ਕੇ, ਜਿਨ੍ਹਾਂ ਦੀ ਜ਼ਮੀਨਾਂ ਤੇ ਕਬਜ਼ੇ ਕਰਕੇ ਮੁਗਲ ਹਕੂਮਤ ਨੇ ਖਜ਼ਾਨਾ ਭਰਿਆ ਸੀ। ਇਸ ਤਰ੍ਹਾਂ ਗੁਰੂ ਕੇ ਸਿੱਖ ਸੰਘਰਸ਼ ਕਰਦੇ ਰਹੇ, ਪਰ ਆਪਣੇ ਭਲੇ ਵਾਸਤੇ, ਨਿੱਜੀ ਸਵਾਰਥ ਵਾਸਤੇ ਨਹੀਂ, ਬਸ ਉਹਨਾਂ ਲੋੜਵੰਦਾਂ ਵਾਸਤੇ ਜਿਨ੍ਹਾਂ ਨੂੰ ਮੁਗਲ ਹਕੂਮਤ ਲੁੱਟ ਰਹੀ ਸੀ। ਇਮ ਕਰ ਸਿੰਘ ਮਚਾਵੈ ਰੋਰ। ਸੋ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਨਿਤਾ ਪ੍ਰਤੀ ਹੱਲਾ ਮਚਾ ਕੇ ਰੱਖਣਾ। ਦੋਹਰਾ ਸਿੰਘ ਸੋ ਮਾਝਿਓ ਕੱਢ ਦਏ, ਬੜੇ ਸੋਰਾ ਵੀ ਝੱਲ। ਹੁਣ ਖਾਲਸਾ ਜੀ ਮਾਝੇ ਦੇ ਇਲਾਕੇ ਵਿੱਚ, ਅੰਮ੍ਰਿਤਸਰ ਵੱਲ, ਗੁਰਦਾਸਪੁਰ ਵੱਲ, ਕਹਿੰਦੇ ਇਸ ਇਲਾਕੇ ਦੇ ਵਿੱਚ ਸਰਕਾਰ ਨੇ ਬਹੁਤ ਸਖਤੀ ਕਰ ਦਿੱਤੀ, ਤੇ ਗੁਰੂ ਕੇ ਸਿੰਘ ਇੱਕ ਵਾਰ
ਇਸ ਮਾਝੇ ਦੇ ਧਰਤੀ ਨੂੰ ਛੱਡ ਕੇ ਰਾਵੀ ਦਰਿਆ ਵੱਲ ਚਲੇ ਗਏ ਮਾਰ ਲੂਟ ਖਾਵਤ ਫਿਰੈ ਰਾਖੈ ਮਿਲ ਕਰ ਗੱਲ। ਤੇ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਤੇ ਖਾਲਸਾ ਜੀ ਛਕਣ ਛਕਾਣ ਵਾਸਤੇ ਬਹੁਤੇ ਪਦਾਰਥ ਨਾ ਹੁੰਦੇ। ਚਾਉ ਪਈ ਇਸੀ ਭਾਂਤ ਸਿੰਘ ਗੁਜ਼ਰ ਕਰਾਹੀ। ਇਸ ਮੁਸ਼ਕਲਾਂ ਭਰੇ ਸਮੇਂ ਦੇ ਵਿੱਚ ਵੀ ਗੁਰੂ ਕੇ ਸਿੱਖ ਚੜ੍ਹਦੀ ਕਲਾ ਨਾਲ ਆਪਣੇ ਦਿਨ ਗੁਜ਼ਾਰਦੇ ਰਹੇ। ਫੌਜ ਘਣੀ ਲੱਖ ਨੱਠ ਵੀ ਜਾਹੀ। ਤੇ ਖਾਲਸਾ ਜੀ ਲੱਖਾਂ ਦੀ ਗਿਣਤੀ ਵਿੱਚ ਫੌਜ ਆਉਣੀ ਤੇ ਆ ਕੇ ਸਿੱਖਾਂ ਨੂੰ ਪਕੜਦੀ, ਸਿੱਖਾਂ ਤੇ ਹਮਲੇ ਕਰਦੀ। ਮਾਰ ਕਾਫਲੇ ਲੈਵੈ ਭਾਰੀ। ਪਰ ਖਾਲਸਾ ਜੀ ਗੁਰੂ ਕੇ ਸਿੰਘ ਲੱਖਾਂ ਦੀ ਗਿਣਤੀ ਵਿੱਚ ਚੜ੍ਹ ਕੇ ਆਈ ਹੋਈ ਫੌਜ ਨੂੰ ਮਾਰ ਦਿੰਦੇ। ਲਾਹੌਰ ਗਿਰਦ ਤਿਨ ਦਇਓ ਉਜਾਰੀ। ਤੇ ਜਿਹੜਾ ਲਾਹੌਰ ਹੈ, ਲਾਹੌਰ ਦੇ ਵਿੱਚ ਬਹੁਤ ਖਜ਼ਾਨਾ ਇਕੱਠਾ ਹੋਇਆ ਹੁੰਦਾ ਸੀ ਮੁਗਲਾਂ ਦਾ। ਵੱਡੀ ਗਿਣਤੀ ਦੇ ਵਿੱਚ ਕਹਿੰਦੇ ਲਾਹੌਰ ਨੂੰ ਘੇਰਾ ਪਾ ਕੇ ਲਾਹੌਰ ਲੁੱਟ ਲੈਣਾ। ਦੇਖ ਤੁਰਕਨ ਕੋ ਲਾਗੇ ਆਗ। ਤੇ ਜਦੋਂ ਤੁਰਕਾਂ ਨੂੰ ਪਤਾ ਲੱਗਣਾ ਵੀ ਗੁਰੂ ਕਾ ਖਾਲਸਾ ਆ ਗਿਆ, ਕਹਿੰਦੇ ਤੁਰਕਾਂ ਨੂੰ ਅੰਦਰ ਤਾਈਂ ਅੱਗ ਲੱਗ ਜਾਂਦੀ। ਮਾਰੈ ਸਿੰਘਨ ਗੈਲੇ ਲਾਗ। ਪਰ ਗੁਰੂ ਕੇ ਖਾਲਸੇ ਵੀ ਅਕਾਲ ਅਕਾਲ ਕਰਦੇ, ਵੱਡਿਆਂ ਵੱਡਿਆਂ ਫੌਜਦਾਰਾਂ ਨੂੰ ਉੱਥੇ ਹੀ ਸੋਧਾ ਲਾਈ ਜਾਂਦੇ। ਮੋੜ ਮੋੜ ਲੁਕ ਲੁਕ ਸਿੰਘ ਸੁਲਰੈ। ਸੋ ਖਾਲਸਾ ਜੀ ਇਸੇ ਤਰ੍ਹਾਂ ਦਿਨ ਬੀਤਦੇ ਰਹੇ, ਕਦੇ ਜੰਗਲਾਂ ਵਿੱਚ, ਕਦੇ ਦਰਿਆਵਾਂ ਦੇ ਵਿੱਚ, ਪਰ ਉਦੋਂ ਵੀ ਗੁਰੂ ਕੇ ਖਾਲਸੇ ਸੰਘਰਸ਼ ਲਈ ਤਿਆਰ ਰਹੇ। ਬਹੁਤਨ ਸੋ ਕਿਆ ਥੋੜੇ ਕਰੈ। ਹੁਣ ਉਹ ਬਹੁਤੀ ਗਿਣਤੀ ਵਿੱਚ ਆਉਂਦੇ, ਲੱਖਾਂ ਦੀ ਗਿਣਤੀ ਵਿੱਚ ਆਉਂਦੇ ਤੇ ਸਿੱਖ ਵੱਧ ਤੋਂ ਵੱਧ 10 ਜਾਂ 15 ਜਾਂ 20 ਜਾਂ 50, ਕਹਿੰਦੇ ਇਸ ਤੋਂ ਵੱਧ ਗਿਣਤੀ ਵਿੱਚ ਜਥੇ ਨਹੀਂ ਸੀ ਹੁੰਦੇ। ਉਹਨਾਂ ਨੇ ਲੱਖ ਦੀ ਗਿਣਤੀ ਵਿੱਚ ਆਉਣਾ, ਇਨ੍ਹਾਂ 50-50 ਜਾਣਿਆਂ ਨੇ ਮੁਕਾਬਲਾ ਕਰਨਾ। ਨਾਹੇ ਜ਼ਖੀਰੋਂ ਸਿੰਘਨ ਪਾਸ। ਤੇ ਗੁਰੂ ਕੇ ਸਿੱਖਾਂ ਦੇ ਕੋਲ ਕੋਈ ਬਹੁਤੀ ਜਗੀਰ ਵੀ ਨਹੀਂ, ਬਹੁਤੇ ਹਥਿਆਰ ਵੀ ਨਹੀਂ। ਸ਼ਸਤਰ ਬਸਤਰ ਹੀਨ ਸੋ ਖਾਸ। ਖਾਲਸੇ ਦੇ ਕੋਲ ਤੇ ਪਹਿਨਣ ਵਾਸਤੇ ਵਸਤਰ ਵੀ ਨਾ ਰਹਿ ਗਏ। ਖਾਲਸਾ ਜੀ ਆ ਬਾਣਾ, ਆ ਚੋਲਾ, ਕਹਿੰਦੇ ਐਸੇ ਹਾਲਾਤ ਆ ਗਏ ਸੀ ਵੀ ਉਦੋਂ ਸਿੱਖਾਂ ਦੇ ਉੱਤੇ ਇੰਨੀ ਪਾਬੰਦੀ ਲੱਗ ਗਈ ਵੀ ਗੁਰੂ ਕੇ ਸਿੱਖਾਂ ਨੇ ਵੱਡੇ ਵੱਡੇ ਚਾਦਰੇ ਲੈ ਕਰਕੇ ਨਾ ਖਾਲਸਾ ਜੀ ਉਹਨਾਂ ਚਾਦਰਿਆਂ ਨੂੰ ਹੀ ਬੰਨ ਲੈਣਾ, ਜਿਨ੍ਹਾਂ ਨੂੰ ਅੱਜ ਆਪਾਂ ਗਿਲਤੀ ਕਹਿ ਦਿੰਨੇ ਆ। ਕੁਝ ਨਿਰਮਲੇ ਸਾਧੂ ਜਾਂ ਕੁਝ ਅੱਜ ਵੀ ਗੁਰੂ ਕੇ ਸਿੱਖ ਉਹ ਗਿਲਤੀਆਂ ਬੰਨਦੇ ਨੇ। ਇਸ ਤਰ੍ਹਾਂ ਕਹਿੰਦੇ ਵੱਡੇ ਵੱਡੇ ਚਾਦਰੇ ਲੈ ਕੇ ਗਿਲਤੀ ਦੇ ਰੂਪ ਵਿੱਚ ਬੰਨ ਲੈਣਾ, ਵੀ ਵਸਤਰ ਖਰੀਦਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ। ਐਸਾ ਸਮਾਂ, ਐਸਾ ਮੁਸ਼ਕਲਾਂ ਭਰਾ ਸਮਾਂ ਆਇਆ ਤੇ ਸ਼ਸਤਰ ਵੀ ਗੁਰੂ ਕੇ ਸਿੱਖਾਂ ਦੇ ਕੋਲ ਨਹੀਂ ਸਨ। ਨਾਂਗੇ ਖਰੇ ਔ ਭੁੱਖੇ ਪਿਆਸੇ। ਕਹਿੰਦੇ ਭੁੱਖੇ ਸਾਲਾਂ ਬੱਧੀ ਭੁੱਖਾਂ ਕੱਟ ਕੇ ਵੀ ਗੁਰੂ ਕੇ ਖਾਲਸੇ ਬਾਣੀ ਦਾ ਅਭਿਆਸ ਕਰਦੇ ਰਹੇ। ਦਾਰੂ ਸਿੱਕਾ ਨਹਿ ਕੱਛ ਪਾਸੇ। ਤੇ ਨਾ ਹੀ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਕੋਈ ਬੰਦੂਕ ਜਾਂ ਫਿਰ ਸਿੱਕੇ, ਉਹ ਵੀ ਸਿੱਖਾਂ ਦੇ ਕੋਲ ਨਹੀਂ ਸਨ। ਹਾਟ ਪਟਨ ਬਾਜ਼ਾਰ ਸੁਨਾਹੀ। ਤੇ ਖਾਲਸਾ ਜੀ ਬਾਜ਼ਾਰਾਂ ਦੇ ਵਿੱਚ ਜਾਣ ਤੇ ਪਾਬੰਦੀ ਸੀ। ਬਾਜ਼ਾਰਾਂ ਵਿੱਚ ਜਾਂਦੇ ਸੀ ਤੇ ਆਦੇਸ਼ ਸਨ ਵੀ ਜਿੱਥੇ ਸਿੱਖ ਨਜ਼ਰ ਆ ਜਾਵੇ ਉਹਨੂੰ ਗੋਲੀ ਮਾਰ ਦਿਓ। ਰੋਗੀ ਔਖਦ ਬਿਨ ਮਰ ਜਾਹੀ। ਤੇ ਜਿਹੜੇ ਕੋਈ ਬਿਮਾਰ ਹੁੰਦੇ ਸੀ ਨਾ, ਉਹ ਦਵਾ ਦਾਰੂ ਤੋਂ ਬਿਨਾ, ਦਵਾਈ ਤੋਂ ਬਿਨਾ ਉੱਥੇ ਹੀ ਮਰ ਜਾਂਦੇ ਸੀ। ਗੁਰ ਬਚਨਨ ਕੀ ਉਨਕੋ ਆਸ। ਪਰ ਉਦੋਂ ਵੀ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਗੁਰੂ ਦੇ ਬਚਨਾਂ ਦੀ ਆਸ ਸੀ, ਗੁਰੂ ਦੇ ਸ਼ਬਦ ਦੀ ਟੇਕ ਸੀ। ਯਹੀ ਖਜ਼ਾਨੋ ਉਨਕੇ ਪਾਸ। ਕਹਿੰਦੇ ਉਵੇਂ ਭਾਵੇਂ ਮਾਇਆ ਨਹੀਂ ਸੀ, ਸ਼ਸਤਰ ਨਹੀਂ ਸਨ, ਕੱਪੜੇ ਨਹੀਂ ਸਨ, ਖਾਣ ਵਾਸਤੇ ਪਦਾਰਥ ਨਹੀਂ ਸਨ, ਪਰ ਗੁਰੂ ਕੇ ਖਾਲਸਿਆਂ ਕੋਲ ਇੱਕ ਮਹਾਨ ਖਜ਼ਾਨਾ ਸੀ ਗੁਰਬਾਣੀ ਦਾ। ਗੁਰੂ ਕੇ ਖਾਲਸਿਆਂ ਕੋਲ ਮਹਾਨ ਖਜ਼ਾਨਾ ਸੀ ਗੁਰ ਸ਼ਬਦ ਦਾ। ਵੇਖੋ ਖਾਲਸਾ ਜੀ, ਆਪਣੇ ਬਜ਼ੁਰਗਾਂ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਉਹਨਾਂ ਦੇ ਰਹਿਣ ਤੇ ਵੀ ਪਾਬੰਦੀ, ਖਾਣ ਤੇ ਪਾਬੰਦੀ, ਪਾਉਣ ਤੇ ਪਾਬੰਦੀ, ਬੋਲਣ ਤੇ ਪਾਬੰਦੀ, ਸੌਣ ਤੇ ਪਾਬੰਦੀ। ਐਸਾ ਸਮਾਂ ਆ ਗਿਆ ਵੀ ਪਹਿਨਣ ਵਾਸਤੇ ਵਸਤਰ ਨਹੀਂ ਮਿਲਦੇ, ਖਾਣ ਵਾਸਤੇ ਪ੍ਰਸ਼ਾਦੇ ਨਹੀਂ ਮਿਲਦੇ, ਰਹਿਣ ਵਾਸਤੇ ਥਾਂ ਨਹੀਂ ਮਿਲਦੀ। ਪਰ ਉਦੋਂ ਵੀ ਜਿਹੜੇ ਸਾਡੇ ਪੂਰਵਜ ਨੇ, ਸਾਡੇ ਬਜ਼ੁਰਗ ਨੇ, ਗੁਰਬਾਣੀ ਤੇ ਇੰਨਾ ਭਰੋਸਾ ਸੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਰਹੇ। ਸਿੱਖੀ ਤੋਂ ਡੋਲੇ ਨਹੀਂ ਤੇ ਸਿੱਖੀ ਦੀ ਚੜ੍ਹਦੀ ਕਲਾ ਕਰਕੇ ਵਿਖਾਈ। ਪਰ ਅੱਜ ਸਾਡੇ ਵਿੱਚ ਨੈਗੇਟਿਵਿਟੀ ਇੰਨੀ ਕਿ ਫੈਲਾਈ ਜਾ ਰਹੀ ਹੈ ਵੀ ਹਰ ਇੱਕ ਬੰਦੇ ਨੂੰ ਛੇੜ ਲੋ, ਕਹਿੰਦਾ ਵੀ ਪੰਥ ਤੇ ਮਾਰਿਆ ਗਿਆ, ਪੰਥ ਦੇ ਤੇ ਬੁਰੇ ਹੀ ਹਾਲਾਤ ਨੇ, ਪੰਥ ਤੇ ਜੀ ਖਤਮ ਹੋ ਚੱਲਾ, ਪੰਥ ਦਾ ਕੀ ਬਣੇਗਾ।
ਖਾਲਸਾ ਜੀ, ਇਹ ਨੈਗੇਟਿਵਿਟੀ ਸਾਡੇ ਅੰਦਰ ਫੈਲਾਈ ਜਾ ਰਹੀ ਹੈ ਕਿ ਸਾਡੇ ਲੋਕ ਪੰਥਕ ਸਿਧਾਂਤਾਂ ਤੋਂ ਟੁੱਟ ਜਾਣ। ਮੈਂ ਬੇਨਤੀ ਕਰਾਂ, ਪੰਥ ਤੇ ਉਦੋਂ ਨਹੀਂ ਮਰਿਆ ਜਦੋਂ ਜੰਗਲਾਂ ਵਿੱਚ ਰਾਤਾਂ ਕੱਟਦਾ ਸੀ। ਪੰਥ ਤੇ ਉਦੋਂ ਨਹੀਂ ਮਰਿਆ ਜਦੋਂ ਸਾਲਾਂ ਬੱਧੀ ਖਾਣ ਵਾਸਤੇ ਪ੍ਰਸ਼ਾਦਾ ਨਹੀਂ ਸੀ ਮਿਲਦਾ। ਪੰਥ ਉਦੋਂ ਨਹੀਂ ਮਰਿਆ ਜਦੋਂ 20-20 ਰੁਪਏ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਪੰਥ ਉਦੋਂ ਨਹੀਂ ਮਰਿਆ ਜਦੋਂ ਨਵੇਂ ਜਨਮੇ ਬੱਚਿਆਂ ਦੇ ਟੋਟੇ ਕਰਕੇ ਆਂਦੜਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਾ ਦਿੱਤੇ ਜਾਂਦੇ ਸੀ। ਖਾਲਸਾ ਜੀ, ਪੰਥ ਤੇ ਕਲਗੀਆਂ ਵਾਲੇ ਦਾ ਸਾਜਿਆ। ਪੰਥ ਨਹੀਂ ਮਰਦਾ, ਪੰਥ ਨੂੰ ਮਾਰਨ ਵਾਲੇ ਮਰ ਜਾਂਦੇ ਨੇ। ਬਸ ਸਾਨੂੰ ਲੋੜ ਹੈ ਸਾਡੀ ਸੁਰਤ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਦੀ। ਜਿੱਦਣ ਅਸੀਂ ਚੜ੍ਹਦੀ ਕਲਾ ਵਿੱਚ ਚਲੇ ਗਏ, ਨੈਗੇਟਿਵਿਟੀ ਖਤਮ ਹੋ ਜਾਵੇਗੀ। ਮੈਂ ਅੱਗੇ ਵੀ ਇੱਕ ਵਾਰ ਬਚਨ ਸਾਂਝਾ ਕੀਤਾ ਕਿ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਮਹਾਂਪੁਰਖਾਂ ਕੋਲ ਗਿਆ ਜੀ, ਪੰਥ ਤੇ ਮਾਰਿਆ ਗਿਆ, ਪੰਥ ਦਾ ਕੀ ਬਣੇਗਾ? ਮਹਾਂਪੁਰਖ ਕਹਿੰਦੇ, ਸੱਜਣਾ ਨਿਤਨੇਮ ਕੀਤਾ, ਤੇ ਉਹ ਖਾਮੋਸ਼ ਹੋ ਗਿਆ। ਮਹਾਂਪੁਰਖ ਕਹਿਣ ਲੱਗੇ, ਚੱਲਾਂ ਜਪਜੀ ਸਾਹਿਬ ਕੀਤਾ। ਉਹ ਜਪਜੀ ਸਾਹਿਬ ਜਦੋਂ ਪੁੱਛਿਆ, ਉਹਨੇ ਧੌਣ ਨੀਵੀਂ ਕਰ ਲਈ। ਮਹਾਂਪੁਰਖ ਕਹਿੰਦੇ, ਚੱਲ ਜਪਜੀ ਸਾਹਿਬ ਵੀ ਨਹੀਂ ਕੀਤਾ, ਮੂਲ ਮੰਤਰ ਤੇ ਕੀਤਾ ਹੋਏਗਾ। ਉਹ ਮੂਲ ਮੰਤਰ ਤੇ ਵੀ ਉਹਨੇ ਹਾਮੀ ਨਾ ਪਾਈ। ਮਹਾਂਪੁਰਖ ਕਹਿੰਦੇ, ਪੰਥ ਦੀ ਸਦਾ ਚੜ੍ਹਦੀ ਕਲਾ ਰਵੇਗੀ। ਪੰਥ ਦੀ ਫਿਕਰ ਕਰਨ ਨਾਲੋਂ ਆਪਣੀ ਫਿਕਰ ਕਰ, ਨਿਤਨੇਮ ਕਰਿਆ ਕਰ। ਜਦੋਂ 2 ਵਜੇ ਉੱਠ ਕੇ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ, ਆਪਣੇ ਆਪ ਹੀ ਚੜ੍ਹਦੀ ਕਲਾ ਹੋ ਜਾਵੇਗੀ। ਬਾਰ-ਬਾਰ ਰੋਲਾ ਨਹੀਂ ਪਾਉਣਾ ਪੈਣਾ। ਕਿਉਂਕਿ ਜਦੋਂ ਮਾਪਿਓ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ ਨਾ ਖਾਲਸਾ ਜੀ, ਤੇ ਬੱਚੇ ਦੇ ਨਾਲੋਂ ਮਾਪਿਓ ਨੂੰ ਜ਼ਿਆਦਾ ਫਿਕਰ ਹੁੰਦੀ ਹੈ ਵੀ ਇਹਨੇ ਕੁਝ ਖਾਣਾ ਵੀ ਹੈ, ਇਹਨੇ ਕੁਝ ਪਹਿਨਣਾ ਵੀ ਹੈ। ਤੇ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ, ਤੇ ਸਾਡੇ ਨਾਲੋਂ ਜ਼ਿਆਦਾ ਫਿਕਰ ਕਲਗੀਆਂ ਵਾਲੇ ਨੂੰ ਹੈ ਵੀ ਪੰਥ ਦੀ ਚੜ੍ਹਦੀ ਕਲਾ ਕਿੱਦਾਂ ਕਰਨੀ ਹੈ। ਸੋ ਅਸੀਂ ਸਾਰੇ ਇੱਕ ਹੋ ਕਰਕੇ ਚੜ੍ਹਦੀ ਕਲਾ ਦੇ ਨਾਲ ਬਾਣੀ ਦਾ ਅਭਿਆਸ ਕਰੀਏ ਤੇ ਨੈਗੇਟਿਵਿਟੀ ਪੰਥ ਦੇ ਵਿੱਚੋਂ ਕੱਢ ਕੇ ਪੋਜ਼ਿਟਿਵਿਟੀ ਫੈਲਾਈਏ। ਹਰ ਪਾਸੇ ਇਹ ਗੱਲ ਕਰੀਏ ਵੀ ਪੰਥ ਦੀ ਸਦਾ ਚੜ੍ਹਦੀ ਕਲਾ ਰਹੀ ਹੈ ਤੇ ਪੰਥ ਦੀ ਸਦਾ ਚੜ੍ਹਦੀ ਕਲਾ ਰਹੇਗੀ। ਇਹ ਕਦੇ ਖਤਮ ਨਹੀਂ ਹੋ ਸਕਦਾ, ਭਾਵੇਂ ਜਿੰਨੀਆਂ ਮਰਜ਼ੀਆਂ ਹਨੇਰੀਆਂ ਤੂਫਾਨ ਆਏ ਜਾਣ। ਪਰ ਉਦੋਂ ਜਦੋਂ ਸਾਡੇ ਅੰਦਰ ਗੁਰਸ਼ਬਦ ਦੀ ਟੇਕ ਹੋਵੇਗੀ, ਗੁਰਬਾਣੀ ਦੀ ਟੇਕ ਹੋਵੇਗੀ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਉਹਨਾਂ ਬਜ਼ੁਰਗਾਂ ਕੋਲ ਇੱਕ ਮਹਾਨ ਖਜ਼ਾਨਾ ਸੀ। ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਉਹਨਾਂ ਕੋਲ ਖਜ਼ਾਨਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਖਾਲਸਾ ਜੀ। ਇਸ ਕਰਕੇ ਉਹਨਾਂ ਦੀ ਸੁਰਤ ਸਦਾ ਚੜ੍ਹਦੀ ਕਲਾ ਵਿੱਚ ਰਹੀ। ਦੋਹਰਾ ਤਉ ਭੀ ਸਿੰਘ ਹੋਵੇ ਘਨੇ, ਨਿਸ ਦਿਨ ਔਰ ਸੋ ਔਰ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਬਾਣੀ ਦੀ ਟੇਕ ਸੀ, ਭਾਵੇਂ ਮਾਇਆ ਨਹੀਂ ਸੀ, ਕੱਪੜੇ ਨਹੀਂ ਸੀ, ਕਹਿੰਦੇ ਤਾਂ ਵੀ ਬਾਣੀ ਦੀ ਟੇਕ ਦੇ ਨਾਲ ਸਿੰਘ ਦਿਨ ਬਾ ਦਿਨ ਵੱਧਦੇ ਜਾ ਰਹੇ ਸਨ, ਖਤਮ ਨਹੀਂ ਸਨ ਹੋ ਰਹੇ। ਖਾਲਸਾ ਜੀ, ਅੱਜ ਤੇ ਸਿੱਖਾਂ ਦੇ ਕੋਲ ਆਪਣਾ ਮੀਡੀਆ, ਸਿੱਖਾਂ ਦੇ ਕੋਲ ਆਪਣੇ ਗੁਰਦੁਆਰੇ, ਸਿੱਖਾਂ ਦੇ ਕੋਲ ਆਪਣੇ ਹਰ ਇੱਕ ਖਿੱਤੇ ਦੇ ਵਿੱਚ ਕੰਮ ਕਰਨ ਵਾਲੇ ਗੁਰਸਿੱਖ ਵਿਅਕਤੀ ਮੌਜੂਦ ਨੇ। ਸਿੱਖਾਂ ਦੇ ਕੋਲ ਮਾਇਆ ਵੀ ਭਰਪੂਰ ਹੈ, ਕੱਪੜੇ ਵੀ ਭਰਪੂਰ ਨੇ, ਗੁਰ ਅਸਥਾਨ ਵੀ ਵਿਦੇਸ਼ਾਂ ਦੇ ਵਿੱਚ ਨੇ, ਲੰਗਰ ਥਾਂ ਥਾਂ ਤੇ ਚੱਲ ਰਹੇ ਨੇ। ਤੇ ਸਾਡੇ ਬਜ਼ੁਰਗਾਂ ਨੇ ਤੇ ਉਦੋਂ ਵੀ ਚੜ੍ਹਦੀ ਕਲਾ ਦੇ ਨਾਲ ਪ੍ਰਚਾਰ ਕਰਦੇ ਰਹੇ ਤੇ ਦਿਨ ਦੱਬਾ ਦਿਨ ਵਾਧਾ ਹੁੰਦਾ ਰਿਹਾ। ਜਦੋਂ ਨਾ ਮਾਇਆ ਸੀ, ਨਾ ਗੁਰਦੁਆਰੇ ਸੀ, ਨਾ ਲੰਗਰ ਸੀ। ਤੇ ਅੱਜ ਸਤਿਗੁਰ ਦੀ ਕਿਰਪਾ ਦੇ ਨਾਲ ਹਰ ਪਾਸਿਓਂ ਚੜ੍ਹਦੀ ਕਲਾ ਹੈ। ਬਸ ਹੁਣ ਲੋੜ ਹੈ ਤੇ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਘੜਨ ਦੀ ਤੇ ਸੁਰਤ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਦੀ। ਦੁੱਖ ਦਰਦ ਕਛ ਨਾ ਗਿਨੈ, ਮਰਨੋ ਲਰਨੋ ਦੌਰ। ਕਿਉਂਕਿ ਜਦੋਂ ਗੁਰਬਾਣੀ ਦੀ ਟੇਕ ਹੁੰਦੀ ਹੈ, ਜਦੋਂ ਗੁਰਸ਼ਬਦ ਦੀ ਟੇਕ ਹੁੰਦੀ ਹੈ, ਕਹਿੰਦੇ ਫਿਰ ਦੁੱਖਾਂ ਦਾ ਪ੍ਰਭਾਵ ਨਹੀਂ ਰਹਿੰਦਾ, ਮੌਤ ਦਾ ਡਰ ਨਹੀਂ ਰਹਿੰਦਾ। ਫਿਰ ਕਹਿੰਦੇ ਗੁਰੂ ਕਾ ਖਾਲਸਾ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕਰਕੇ ਵੀ ਜੰਗ ਦੇ ਮੈਦਾਨ ਵਿੱਚ ਸੀਸ ਤਲੀ ਤੇ ਧਰ ਕੇ ਖੜ ਜਾਂਦਾ, ਪਰ ਮੌਤ ਉਹ ਗੁਰੂ ਕੇ ਸਿੱਖ ਦਾ ਕੁਝ ਵਿਗਾੜ ਨਹੀਂ ਸਕਦੀ। ਜੋ ਪਈ ਤਬੈ ਖਾਲਸੇ ਐਸ ਵਿਚਾਰਾ। ਸੋ ਐਸੇ ਹਾਲਾਤਾਂ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਵਿਚਾਰ ਕੀਤੀ, ਮਾਰੇ ਤੁਰਕਨ ਕਉ ਫੌਜਦਾਰਾਂ, ਕਿ ਖਾਲਸਾ ਜੀ ਹੁਣ ਤੁਰਕਾਂ ਦੇ ਫੌਜਦਾਰਾਂ ਨੂੰ ਖਤਮ ਕਰੀਏ। ਮਾਰ ਫੌਜ ਕੋ ਸੁਧੇ ਹੋਵੋ। ਇਹ ਗੁਰੂ ਕੇ ਖਾਲਸਿਆਂ ਨੇ ਗੁਰਮਤਾ ਕਰ ਲਿਆ ਵੀ ਤੁਰਕਾਂ ਦੀ ਫੌਜ ਦਾ ਸੋਧਾ ਲਾਈਏ। ਲੂਟ ਫੌਜ ਕੋ ਦਾਰਦ ਖੋਵੋ। ਤੇ ਇਹਨਾਂ ਫੌਜਾਂ ਨੂੰ ਲੁੱਟ ਕੇ ਇਹਨਾਂ ਤੋਂ
ਹਥਿਆਰ ਸ਼ਸਤਰ ਖੋਹ ਲਈਏ। ਹਾਥੀ ਘੋੜੇ ਊਠ ਲਿਆਵੋ। ਇਹਨਾਂ ਦੇ ਜਿਹੜੇ ਹਾਥੀ ਘੋੜੇ ਇਹ ਗੁਰੂ ਕੇ ਸਿੱਖਾਂ ਤੇ ਵਾਧੀ ਕਰ ਕਰਕੇ ਲੁੱਟ ਕੇ ਲਿਜਾਂਦੇ ਰਹੇ ਨਾ, ਹੁਣ ਇਹ ਹਾਥੀ ਘੋੜੇ ਵਾਪਸ ਲਿਆਈਏ। ਰਾਜ ਸਾਜ ਬਿਨ ਰਾਜ ਨਾ ਪਾਵੋ। ਕਿਉਂਕਿ ਜਦੋਂ ਤੱਕ ਹਾਥੀ ਘੋੜੇ ਰਾਜ ਸਾਜ ਨਾ ਹੋਵੇ ਤੇ ਰਾਜ ਸਾਜ ਤੋਂ ਬਿਨਾ ਰਾਜ ਵੀ ਕਾਇਮ ਨਹੀਂ ਹੁੰਦੇ। ਰਾਜ ਬਿਨਾ ਨਹਿ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ। ਰਾਜ ਸਾਜ ਹੋਵੇ ਤਾਂ ਹੀ ਰਾਜ ਕਾਇਮ ਹੁੰਦਾ ਹੈ। ਭੂਮ ਮਲੋਲਾ ਕਿਲਾ ਚਿਨਾਈ। ਤੇ ਕਹਿੰਦੇ ਹਾਥੀ ਘੋੜੇ ਲਿਆ ਕਰਕੇ ਆਪਣੇ ਕਿਲੇ ਬਣਾਈਏ ਤੇ ਕਿਲੇ ਬਣਾ ਕਰਕੇ ਫਿਰ ਮੋਰਚਾ ਬੰਦੀ ਕਰੀਏ। ਬਿਨਾ ਕਿਲਨ ਨਾ ਪੁਜੈ ਲੜਾਈ। ਕਿਉਂਕਿ ਕਿਲਿਆਂ ਤੋਂ ਬਿਨਾ ਲੜਾਈਆਂ ਨਹੀਂ ਹੋ ਸਕਦੀਆਂ। ਐਸ ਵਿਚਾਰਤ ਅੱਗੇ ਗਏ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਵਿਚਾਰ ਕਰਕੇ ਚੜ੍ਹਾਈ ਕਰ ਦਿੱਤੀ। ਇਮਨਾਬਾਦ ਟਿਕ ਪਹੁੰਚਤ ਭਏ। ਜਿੱਥੇ ਏਮਨਾਬਾਦ ਦੀ ਧਰਤੀ ਹੈ, ਕਹਿੰਦੇ ਏਮਨਾਬਾਦ ਸ਼ਹਿਰ ਦੇ ਵਿੱਚ ਗੁਰੂ ਕੇ ਸਿੱਖ ਪਹੁੰਚ ਗਏ। ਆਵੈ ਮਗਰ ਤੁਰਕ ਲੈ ਫੌਜ। ਤੇ ਤੁਰਕਾਂ ਦੀ ਫੌਜ ਏਮਨਾਬਾਦ ਦੀ ਧਰਤੀ ਤੱਕ ਗੁਰੂ ਕੇ ਸਿੱਖਾਂ ਦਾ ਪਿੱਛਾ ਕਰਦੀ ਕਰਦੀ ਪਹੁੰਚ ਗਈ। ਭੂਖੀ ਫਿਰੈ ਸਿੰਘਨ ਕੀ ਫੌਜ। ਉਹ ਕਹਿੰਦੇ ਤਿਆਰੀ ਨਾਲ ਆਏ ਤੇ ਗੁਰੂ ਕੇ ਖਾਲਸੇ ਜੇ ਭੁੱਖਾਂ ਹੀ ਕੱਟ ਰਹੇ, ਛਕਣ ਵਾਸਤੇ ਪ੍ਰਸ਼ਾਦਾ ਵੀ ਨਾ ਮਿਲਿਆ। ਦੋਹਰਾ ਇਮਨਾਬਾਦ ਜ਼ਗੀਰ ਥੀ ਖੁਦ ਜਸ ਪਿਤ ਦੀਵਾਨ। ਹੁਣ ਜਿਹੜਾ ਜਸਪਤ ਰਾਏ ਦੀਵਾਨ ਹੈ ਨਾ ਸ਼ਾਹ ਨਵਾਜ਼ ਦਾ, ਜਿਨੇ ਬਹੁਤ ਸਿੱਖਾਂ ਨੂੰ ਮਾਰਿਆ, ਕਹਿੰਦੇ ਐਮਨਾਬਾਦ ਇਹੀ ਜਗੀਰਦਾਰ ਸੀਗਾ, ਇਹਦੀ ਹੀ ਉੱਥੇ ਜਗੀਰਾਂ ਸਨ। ਉਹਾਂ ਉਗਰਾਹੀ ਕਰਤ ਥੋ ਬਹੁਤ ਫੌਜ ਕੇ ਤਾਨ। ਇਹ ਖਾਲਸਾ ਜੀ ਆਪਣੇ ਜ਼ੋਰ ਦੇ ਨਾਲ, ਜ਼ੁਲਮ ਦੇ ਨਾਲ ਸ਼ਹਿਰ ਦੇ ਆਮ ਲੋਕਾਂ ਨੂੰ ਤਸੀਹੇ ਦੇ ਦੇ ਕਰਕੇ ਉਗਰਾਹੀ ਕਰਦਾ ਰਿਹਾ। ਲੋਕਾਂ ਨੂੰ ਤਸੀਹੇ ਦੇ ਕੇ ਉਹਨਾਂ ਦੇ ਪੈਸੇ ਲੁੱਟਦਾ ਰਿਹਾ। ਚਾਉ ਪਈ ਲੇਵੈ ਪੈਸੇ ਦੇ ਕੇ ਦੁੱਖ। ਉਹਨਾਂ ਨੂੰ ਦੁੱਖ ਦੇਣੇ, ਉਹਨਾਂ ਦੇ ਬੱਚੇ ਗ੍ਰਿਫਤਾਰ ਕਰ ਲੈਣੇ, ਬੱਚਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਘਰ ਦੀ ਮਾਇਆ ਲੁੱਟ ਲੈਣੀ। ਬੰਦਾ ਪੈਂਚ ਸੁਹੋਕੈ ਰੁੱਖ। ਤੇ ਖਾਲਸਾ ਜੀ ਜਿਹੜੇ ਪਿੰਡਾਂ ਦੇ ਪੰਚ ਹੁੰਦੇ ਸੀ, ਸਰਪੰਚ ਹੁੰਦੇ ਸੀ, ਕਹਿੰਦੇ ਉਹਨਾਂ ਸਰਪੰਚਾਂ ਨੂੰ ਵੀ ਜਾ ਕੇ ਬੰਨ੍ਹ ਦੇਣਾ ਟਾਹਣੀਆਂ ਨਾਲ, ਤੇ ਖਾਲਸਾ ਜੀ ਬੰਨ ਕੇ ਉਹਨਾਂ ਦੀ ਵੀ ਮਾਇਆ ਲੁੱਟ ਲੈਣੀ। ਕਿਸੈ ਟੰਗੈ ਕਿਸੈ ਕਮਚਨ ਮਾਰੈ। ਕਿਸੇ ਨੂੰ ਤੇ ਪੁੱਠਾ ਕਰਕੇ ਟੰਗ ਦੇਣਾ ਤੇ ਕਿਸੇ ਨੂੰ ਖਾਲਸਾ ਜੀ ਘੋੜਿਆਂ ਪਿੱਛੇ ਬੰਨ ਕੇ ਸ਼ਹਿਰ ਦਾ ਗੇੜਾ ਦਵਾ ਦੇਣਾ। ਐਸ ਭਾਂਤ ਸਿਉ ਮੁਲਕ ਉਜਾਰੈ। ਇਸ ਤਰ੍ਹਾਂ ਕਹਿੰਦੇ ਐਮਨਾਬਾਦ ਦੀ ਧਰਤੀ ਤੇ ਜਸਪਤ ਰਾਏ ਆਪਣੇ ਹੀ ਮੁਲਕ ਦੇ ਲੋਕਾਂ ਨੂੰ ਉਜਾੜਦਾ ਰਿਹਾ। ਭੁੱਖੇ ਜੱਟ ਨੱਠ ਸਿੰਘੀ ਰਲੈ। ਤੇ ਉਦੋਂ ਫਿਰ ਜਿਹੜੇ ਭੁੱਖੇ ਜੱਟ ਜ਼ਿਮੀਂਦਾਰ ਖੇਤੀਬਾੜੀ ਕਰਨ ਵਾਲੇ ਉਹ ਜਾ ਕੇ ਸਿੰਘਾਂ ਦੇ ਜਥਿਆਂ ਵਿੱਚ ਰਲ ਜਾਂਦੇ। ਘਰ ਦਰ ਛੜ ਕੇ ਰਲੈ ਸੁਦਲੈ। ਕਹਿੰਦੇ ਘਰ ਛੱਡ ਕੇ ਗੁਰੂ ਕੇ ਸਿੰਘਾਂ ਦੇ ਦਲ ਵਿੱਚ ਜਾ ਕੇ ਰਲ ਜਾਂਦੇ। ਜਿਨ ਘਰ ਦੇਣੇ ਜੋਗੋ ਨਾਹੀ। ਕਿਉਂਕਿ ਸਰਕਾਰ ਨੂੰ ਦੇਣ ਵਾਸਤੇ ਮਾਇਆ ਨਹੀਂ ਸੀ ਬਚ ਰਹੀ, ਸਰਕਾਰ ਨੂੰ ਦੇਣ ਵਾਸਤੇ ਟੈਕਸ ਨਹੀਂ ਸੀ। ਉਦੋਂ ਫਿਰ ਕਹਿੰਦੇ ਜਿਹੜੇ ਜ਼ਿਮੀਂਦਾਰ ਲੋਕ ਸੀ ਉਹ ਕਹਿੰਦੇ ਵੀ ਸਰਕਾਰ ਦੇ ਹੱਥ ਹੋਣ ਨਾਲੋਂ ਚੰਗਾ ਹੈ ਵੀ ਗੁਰੂ ਕੇ ਖਾਲਸੇ ਦੇ ਦਲ ਵਿੱਚ ਰਲ ਜਾਈਏ, ਖਾਲਸਾ ਘੱਟੋ ਘੱਟ ਸਾਡਾ ਬਚਾਵ ਤੇ ਕਰੇਗਾ। ਫਿਰੈ ਫਰਿਆਦੀ ਖਾਲਸੇ ਪਾਹੀ। ਇਸ ਤਰ੍ਹਾਂ ਕਹਿੰਦੇ ਆਮ ਲੋਕ, ਗਰੀਬ ਲੋਕ, ਲੋੜਵੰਦ ਲੋਕ ਖਾਲਸੇ ਕੋਲ ਆ ਕੇ ਫਰਿਆਦਾਂ ਬੇਨਤੀਆਂ ਕਰਦੇ। ਫਿਰਤ ਨਠਤ ਗਏ ਰੌੜੀ ਤੀਰ। ਹੁਣ ਖਾਲਸਾ ਜੀ ਜਦੋਂ ਖਾਲਸੇ ਕੋਲ ਆ ਕੇ ਰਲੇ, ਐਮਨਾਬਾਦ ਦੀ ਧਰਤੀ ਤੇ ਇੱਕ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਰੋੜੀ ਸਾਹਿਬ। ਉੱਥੇ ਵਿਸਾਖੀ ਦਾ ਜੋੜ ਮੇਲਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਸੋ ਕਹਿੰਦੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਖਾਲਸੇ ਦਾ ਡੇਰਾ ਲੱਗ ਗਿਆ। ਨਾਵਨ ਚਾਹੈ ਸੁਫਲ ਸ਼ਰੀਰ। ਉੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਾਰੇ ਸਤਿਗੁਰੂ ਦੀ ਚਰਨਾਂ ਦੇ ਵਿੱਚ ਨਮਸਕਾਰਾਂ ਕਰਨੀਆਂ ਚਾਹੁੰਦੇ ਨੇ। ਤੈਂ ਸਿੰਘਨ ਆ ਮੇਲਾ ਲਾਇਆ। ਹੁਣ ਰੋੜੀ ਸਾਹਿਬ ਗੁਰਦੁਆਰਾ ਆ ਕੇ ਗੁਰੂ ਕੇ ਸਿੰਘਾਂ ਨੇ ਮੇਲਾ ਲਾ ਲਿਆ। ਜਸਪਤ ਕੋਇਓ ਲਿਖ ਪਠਵਾਇਆ। ਤੇ ਜਸਪਤ ਰਾਏ ਦੀਵਾਨ ਨੂੰ ਇੱਕ ਚਿੱਠੀ ਲਿਖ ਕਰਕੇ ਭੇਜੀ। ਦੋਹਰਾ ਸਿੰਘ ਸੋ ਬਹੁਤੇ ਦਿਨਨ ਕੇ ਭੁੱਖੇ ਅੰਨ ਕੋ ਤਰਾਸ। ਹੁਣ ਖਾਲਸਿਆਂ ਨੇ ਸੋਚਿਆ ਵੀ ਇਹ ਤਾਂ ਸਨਾਤਨ ਮਤ ਦਾ, ਇਹ ਤਾਂ ਹਿੰਦੂ ਮਤ ਦਾ, ਸਾਡੀ ਮਦਦ ਕਰੇਗਾ। ਪਰ ਅਸਲ ਦੇ ਵਿੱਚ ਧਰਮ ਕੋਈ ਮਾੜਾ ਨਹੀਂ ਹੁੰਦਾ, ਧਰਮ ਦੇ ਵਿੱਚ ਬੰਦੇ ਮਾੜੇ ਆ ਜਾਂਦੇ। ਕੋਈ ਪਤਾ ਨਹੀਂ ਕੌਣ ਕਿੱਧਰ ਜਾ ਕੇ ਰਲ ਜਾਂਦਾ। ਹੁਣ ਖਾਲਸਾ ਜੀ ਜਸਪਤ ਰਾਏ ਨੂੰ ਗੁਰੂ ਕੇ ਖਾਲਸਿਆਂ ਨੇ ਚਿੱਠੀ ਲਿਖ ਕੇ ਭੇਜੀ ਵੀ ਅਸੀਂ ਕਈ ਸਮੇਂ ਦੇ ਭੁੱਖੇ ਆ, ਕਈ ਦਿਨਾਂ ਤੋਂ ਭੁੱਖਾਂ ਕੱਟ ਰਹੇ ਆ, ਤੇ ਤੂੰ ਸਾਨੂੰ ਆਪਣੇ ਸ਼ਹਿਰ ਦੇ ਵਿੱਚੋਂ ਪਦਾਰਥ
ਤੇ ਭੋਜਨ ਖਰੀਦਣ ਵਾਸਤੇ ਇਜਾਜ਼ਤ ਦੇ ਦੇ। ਲਿਖ ਭੇਜੀ ਮਖਾਲ ਸੇ ਜਸਪਤ ਕੋ ਅਰਦਾਸ। ਇਸ ਤਰ੍ਹਾਂ ਗੁਰੂ ਕੇ ਖਾਲਸਿਆਂ ਨੇ ਜਸਪਤ ਰਾਏ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ। ਚਉਪਈ ਦੀਵਾਨ ਹਿੰਦੂ ਤੂੰ ਗੁਰੂ ਬਣਾਇਆ। ਤੇ ਸਿੱਖਾਂ ਨੇ ਲਿਖਿਆ ਚਿੱਠੀ ਵਿੱਚ ਵੀ ਤੂੰ ਸਨਾਤਨ ਮਤ ਦਾ ਪੈਰੋਕਾਰ ਹੈ, ਤੈਨੂੰ ਵੀ ਸਤਿਗੁਰੂ ਨੇ ਕਿਰਪਾ ਕਰਕੇ ਸਰਕਾਰ ਦਾ ਦੀਵਾਨ ਬਣਾਇਆ, ਤੂੰ ਸਾਡੀ ਮਦਦ ਕਰ। ਜਸਪਤ ਕੋਇ ਮਲਿਖ ਪਠਾਇਆ। ਇਸ ਤਰ੍ਹਾਂ ਜਸਪਤ ਰਾਏ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ ਹਮਰਾ ਤੁਮਰਾ ਬੈਰ ਸੁਨਾਹੀ। ਕਿ ਸਾਡਾ ਤੇ ਤੇਰਾ ਕੋਈ ਝਗੜਾ ਨਹੀਂ, ਸਾਡਾ ਝਗੜਾ ਤਾਂ ਇਸ ਜ਼ੁਲਮੀ ਸਰਕਾਰ ਨਾਲ ਹੈ। ਬੈਰ ਹਮਾਰਾ ਤੁਰਕਨ ਤਾਈ। ਸਾਡਾ ਇਸ ਤੁਰਕਾਂ ਨਾਲ ਵੈਰ ਹੈ ਜਿਹੜੇ ਲੋਕਾਂ ਦੇ ਉੱਤੇ ਅਤਿਆਚਾਰ ਕਰਦੇ ਨੇ। ਰਸਤ ਮੋਲ ਹਮ ਲੈਣੀ ਚਾਹੈ। ਅਸੀਂ ਰਸਤ ਵੀ ਜਿਹੜੀ ਲੈਣੀ ਹੈ, ਭੋਜਨ ਵੀ ਜਿਹੜਾ ਲੈਣਾ ਹੈ, ਪਦਾਰਥ ਜਿਹੜੇ ਲੈਣੇ ਨੇ ਮੁਫਤ ਨਹੀਂ ਲੈਣੇ, ਉਹਦੀ ਮਾਇਆ ਦਵਾਂਗੇ। ਬਸ ਸਾਨੂੰ ਬਾਜ਼ਾਰ ਦੇ ਵਿੱਚ ਜਾ ਕੇ ਖਰੀਦਣ ਦੀ ਮਨਜ਼ੂਰੀ ਦੇ ਦੇ, ਕਿਉਂਕਿ ਉਦੋਂ ਪਾਬੰਦੀ ਲਾ ਦਿੱਤੀ ਗਈ ਸੀ ਵੀ ਜੇ ਕਿਸੇ ਦੁਕਾਨ ਤੋਂ ਕਿਸੇ ਸਿੱਖ ਨੇ ਕੋਈ ਰਸਦ ਪਦਾਰਥ ਖਰੀਦਿਆ ਤੇ ਉਸ ਦੁਕਾਨਦਾਰ ਨੂੰ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ। ਇਹ ਪਾਬੰਦੀ ਲਾਈ ਹੋਈ ਸੀ। ਉਦੋਂ ਫਿਰ ਚਿੱਠੀ ਲਿਖੀ ਵੀ ਤੂੰ ਸਾਨੂੰ ਅਸੀਂ ਮਾਇਆ ਦਵਾਂਗੇ, ਮੁਫਤ ਨਹੀਂ ਲਵਾਂਗੇ, ਪਰ ਰਸਦ ਖਰੀਦਣ ਦੀ ਮਨਜ਼ੂਰੀ ਦੇ ਦੇ। ਸ਼ਹਿਰ ਤੁਮਾਰੋ ਖਰੀਦ ਕਰਾ ਹੈ। ਤੇਰੇ ਸ਼ਹਿਰ ਵਿੱਚ ਆ ਕੇ ਖਰੀਦਦਾਰੀ ਕਰਨੀ ਚਾਹੁੰਦੇ ਹਾਂ। ਸਿੱਖ ਭੁੱਖ ਸਿੰਘ ਭੁੱਖੇ ਬਹੁ ਦਿਨ ਕੇ ਆਹੀ। ਕਈ ਦਿਨਾਂ ਤੋਂ ਗੁਰੂ ਕੇ ਸਿੱਖ ਭੁੱਖਾਂ ਕੱਟ ਰਹੇ ਨੇ ਤੁਮਰੋ ਕਛ ਬਿਗੜੈ ਨਾਹੀ। ਤੇ ਤੇਰਾ ਕੁਝ ਜਾਣਾ ਨਹੀਂ, ਕੇਵਲ ਤੇ ਕੇਵਲ ਮਨਜ਼ੂਰੀ ਦੇਣੀ ਹੈ। ਮੁਲਕ ਆਪਣਾ ਲਿਹੋ ਬਚਾਏ। ਇਸ ਕਰਕੇ ਤੂੰ ਵੀ ਆਪਣੇ ਮੁਲਕ ਦਾ ਬਚਾਵ ਕਰ ਲੈ। ਔਰ ਮੁਲਕ ਹਮ ਬੜਹਿ ਜਾਹੇ। ਨਹੀਂ ਤਾਂ ਫਿਰ ਜਿਵੇਂ ਹੋਰ ਮੁਲਕ ਉਜਾੜੇ ਉਸੇ ਤਰ੍ਹਾਂ ਤੇਰਾ ਵੀ ਉਜਾੜ ਕਰ ਦੇਾਂਗੇ। ਯਹ ਸੁਨ ਜਸਪਤ ਕੀਨੋ ਖੋਜ। ਜਦੋਂ ਖਾਲਸਾ ਜੀ ਜਸਪਤ ਰਾਏ ਨੇ ਚਿੱਠੀ ਪੜ੍ਹੀ, ਕਹਿੰਦੇ ਬੜੇ ਕ੍ਰੋਧ ਵਿੱਚ ਆ ਗਿਆ। ਮੈਂ ਮਾਰੋ ਖੱਡ ਤੁਮਰੋ ਖੋਜ। ਕਹਿੰਦਾ ਮੈਂ ਤੇ ਪਹਿਲਾਂ ਹੀ ਤੁਹਾਡੀਆਂ ਖੋਜਾਂ ਕਰ ਰਿਹਾ, ਤੁਹਾਨੂੰ ਲੱਭਦਾ ਫਿਰਦਾ ਵੀ ਕਿੱਥੇ ਰਹਿੰਦੇ ਹੋ, ਤੁਹਾਨੂੰ ਲੱਭ ਕੇ ਮਾਰਨਾ ਚਾਹੁੰਨਾ। ਨਿਕਸ ਝੱਲੋ ਤੁਮ ਬਾਹਰ ਧਾਏ। ਤੁਸੀਂ ਤਾਂ ਜੰਗਲਾਂ ਤੋਂ ਬਾਹਰ ਨਹੀਂ ਸੀ ਆਉਂਦੇ, ਹੁਣ ਤਾਂ ਮੌਕਾ ਹੀ ਬੜਾ ਵਧੀਆ ਆ ਗਿਆ। ਤੁਸੀਂ ਜੰਗਲਾਂ ਤੋਂ ਬਾਹਰ ਆ ਗਏ, ਹੁਣ ਤਾਂ ਮੈਂ ਤੁਹਾਨੂੰ ਮਾਰ ਮੁਕਾਵਾਂਗਾ। ਤੁਮ ਕੋ ਪਕੜ ਸੋ ਜਲ ਮੈਂ ਆਏ। ਤੇ ਤੁਹਾਨੂੰ ਪਕੜ ਕੇ ਬੰਦੀ ਬਣਾ ਕੇ ਤਸੀਹੇ ਦੇ ਕੇ ਮਾਰਾਂਗਾ। ਸੀਸ ਮੁੰਨੋ ਤੁਮ ਜਾਟ ਬਣਾਓ। ਜਸਪਤ ਰਾਏ ਕਹਿੰਦਾ ਤੁਹਾਡਾ ਸਿਰ ਮੁੰਨ ਕੇ ਤੁਹਾਨੂੰ ਵੀ ਆਪਣੇ ਵਰਗਾ ਬਣਾ ਲਵਾਂਗਾ। ਤੁਮਰੇ ਬਾਲਨ ਮਾਲ ਬਣਾਵੋ। ਤੇ ਤੁਹਾਡੇ ਕੇਸਾਂ ਨੂੰ ਕੱਟ ਕੇ ਉਹਨਾਂ ਦੀਆਂ ਰੱਸੀਆਂ ਬਣਾ ਦਵਾਂਗਾ। ਦੋਹਰਾ ਜੈਸੇ ਗੋਲੀ ਨੱਥ ਮੰਗੈ ਖਸਮ ਚਾਹੇ ਕੱਟ ਨੱਕ। ਜਸਪਤ ਰਾਏ ਨੇ ਜਵਾਬ ਵਿੱਚ ਚਿੱਠੀ ਭੇਜੀ ਵੀ ਜਿਵੇਂ ਕੋਈ ਨੌਕਰ ਜਾ ਕੇ ਮਾਲਕ ਨੂੰ ਕਵੇ ਵੀ ਮੈਨੂੰ ਸੋਨਾ ਦੇ, ਪਰ ਮਾਲਕ ਤੇ ਕਹਿੰਦੇ ਉਸ ਨੌਕਰ ਦੀ ਨੱਕ ਵੱਢਣੀ ਚਾਹੁੰਦਾ। ਇਹ ਉਦਾਹਰਣ ਦੇ ਦਿੱਤੀ ਜਸਪਤ ਰਾਏ ਨੇ। ਹਮ ਤੁਮ ਚਾਹੈ ਮਾਰਨੋ ਤੁਮ ਮੰਗੋ ਰਸਤ ਅਸ਼ੱਕ। ਮੈਂ ਤਾਂ ਤੁਹਾਨੂੰ ਮਾਰਨਾ ਚਾਹੁੰਨਾ ਤੇ ਤੁਸੀਂ ਮੇਰੇ ਕੋਲੋਂ ਰਸਦਾਂ ਦੀ ਮਨਜ਼ੂਰੀ ਮੰਗਦੇ ਹੋ। ਚਉਪਈ ਹਮਸੋ ਅਬ ਤੁਮ ਚਾਹੋ ਰਸਤ। ਇਸ ਕਰਕੇ ਹੁਣ ਰਸਤ ਨਹੀਂ ਹੋਣ ਤੇ ਤੁਹਾਡਾ ਖਾਤਮਾ ਹੋਵੇਗਾ। ਤੁਮਕੋ ਮਾਰੋ ਕਰ ਬੰਦੋਬਸਤ। ਤੇ ਬੰਦੋਬਸਤ ਪੂਰੀ ਤਿਆਰੀ ਦੇ ਨਾਲ ਤੁਹਾਨੂੰ ਮਾਰ ਮੁਕਾਵਾਂਗਾ। ਭਾਈ ਲਖਪਤ ਸੁਨ ਅਬ ਪਾਵੈ। ਕਹਿੰਦਾ ਮੇਰਾ ਭਰਾ ਲਖਪਤ ਰਾਏ ਉਹ ਵੀ ਹੁਣ ਜਲਦੀ ਨਾਲ ਆ ਰਿਹਾ ਹੈ। ਮਨੀ ਸਿੰਘ ਜਿਮ ਫੜ ਲੈ ਜਾਵੇ। ਜਿਵੇਂ ਭਾਈ ਮਨੀ ਸਿੰਘ ਨੂੰ ਮੇਰੇ ਭਰਾ ਲਖਪਤ ਰਾਏ ਨੇ ਗ੍ਰਿਫਤਾਰ ਕਰਵਾਇਆ ਸੀ। ਜਾਏ ਨਵਾਬ ਕੇ ਆਗਾ ਸਟਾਵੇ। ਤੇ ਲਾਹੌਰ ਦੇ ਨਵਾਬ ਦੇ ਸਾਹਮਣੇ ਮਨੀ ਸਿੰਘ ਨੂੰ ਪੇਸ਼ ਕਰ ਦਿੱਤਾ ਸੀ। ਬੰਦ ਬੰਦ ਤੁਮ ਉਮੈ ਕਟਾਵੇ। ਬਸ ਜਿਵੇਂ ਤੁਹਾਡੇ ਨਾਲ ਦੇ ਸਿੱਖ ਦਾ ਬੰਦ ਕੱਟਿਆ ਭਾਈ ਮਨੀ ਸਿੰਘ ਦਾ, ਉਸੇ ਤਰ੍ਹਾਂ ਮੇਰਾ ਭਰਾ ਲਖਪਤ ਰਾਏ ਆਏਗਾ ਤੇ ਤੁਹਾਡਾ ਵੀ ਬੰਦ ਕਟਵਾਵੇਗਾ। ਸੁਨਤ ਸਿੰਘਨ ਕੋ ਆਇਓ ਯਾਦ। ਜਦੋਂ ਜਸਪਤ ਰਾਏ ਦਾ ਇਹ ਜਵਾਬ ਪੜਿਆ, ਕਹਿੰਦੇ ਸਿੰਘਾਂ ਨੂੰ ਫਿਰ ਸਾਰੀ ਗੱਲ ਉਹ ਪਤਾ ਲੱਗ ਗਈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਪਿੱਛੇ ਇਹ ਦੋਵੇਂ ਭਰਾ, ਇਹਨਾਂ ਦੀ ਜਿਹੜੀ ਕਿ ਪੂਰੀ ਸਾਜ਼ਿਸ਼ ਸੀ, ਇਹ ਗੁਰੂ ਕੇ ਸਿੱਖਾਂ ਨੂੰ ਖਬਰ ਹੋ ਗਈ। ਕਹਿਓ ਸਿੰਘਨ ਲਿਓ ਬਦਲੋ ਤਾਤ। ਤੇ ਗੁਰੂ ਕੇ ਖਾਲਸੇ ਉਹ ਤਾਂ ਚਾਹੁੰਦੇ ਸੀ ਵੀ ਸੁਲ੍ਹਾ ਸਹਿਮਤੀ ਨਾਲ ਕੰਮ ਨਿਬੜ ਜਾਵੇ, ਤੇ ਕਹਿੰਦੇ ਜਦੋਂ ਕਿਸੇ ਜ਼ੁਲਮੀ ਹਾਕਮ ਦੀ ਮੌਤ ਆਵੇ, ਮਾੜੇ ਦਿਨ ਆਉਣ, ਉਹ ਫਿਰ ਖਾਲਸੇ ਵੱਲ ਜਾਂ ਪੰਜਾਬ ਵੱਲ ਮੂੰਹ ਕਰ ਲੈਂਦਾ।
ਤੇ ਖਾਲਸਾ ਜੀ ਹੁਣ ਕਹਿੰਦੇ ਜਸਪਤ ਰਾਏ ਨੇ ਤੇ ਆਪ ਹੀ ਦੱਸ ਦਿੱਤਾ ਕਿ ਭਾਈ ਮਨੀ ਸਿੰਘ ਨੂੰ ਕਿੰਨਾ ਨੇ ਸ਼ਹੀਦ ਕਰਾਇਆ, ਤੇ ਹੁਣ ਖਾਲਸੇ ਨੇ ਕਰ ਲਈ ਤਿਆਰੀ ਵੀ ਇਹਦਾ ਸਿਰ ਭੰਨ ਕੇ ਤੇ ਹੁਣ ਬਦਲਾ ਲਈਏ। ਯਾਦ ਕਰਾਈ ਇਸ ਨਿਜ ਮੌਤ, ਕਿਉਂਕਿ ਇਸ ਜਸਪਤ ਰਾਏ ਨੇ ਭਾਈ ਮਨੀ ਸਿੰਘ ਦੀ ਸ਼ਹਾਦਤ ਯਾਦ ਨਹੀਂ ਕਰਾਈ, ਜਸਪਤ ਰਾਏ ਨੇ ਇਹ ਯਾਦ ਕਰ ਦਿੱਤਾ ਕਿ ਹੁਣ ਮੌਤ ਦਾ ਸਮਾਂ ਆ ਚੁੱਕਿਆ ਹੈ। ਸ਼ੇਰ ਜਗਾਇਓ ਫੜ ਮੁੱਛਲ ਸੌਤ, ਇਹਨੇ ਤੇ ਸੁੱਤੇ ਹੋਏ ਸ਼ੇਰਾਂ ਨੂੰ ਜਗਾ ਦਿੱਤਾ। ਮਨੀ ਸਿੰਘ ਇਸ ਭਰਾਏ ਫੜਾਇਆ, ਇਹਦੇ ਹੀ ਭਰਾ ਲਖਪਤ ਰਾਏ ਨੇ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਸੀ। ਬਦਲੇ ਲਹੋ ਅਬ ਯਹ ਦਾਏ ਆਇਆ, ਬਸ ਹੁਣ ਦਾ ਲੱਗ ਗਿਆ ਤੇ ਹੁਣ ਆਪਾਂ ਬਦਲਾ ਲਈਏ। ਜਬ ਸਿੰਘਨ ਐਸ ਸੁਨ ਪਾਇਓ, ਜਦੋਂ ਗੁਰੂ ਕੇ ਸਿੰਘਾਂ ਨੇ ਇਸ ਤਰ੍ਹਾਂ ਗੁਰਮਤਾ ਕਰ ਲਿਆ ਜਨ ਬਿਛੂ ਤਨ ਡੰਕ ਲਗਾਇਓ, ਤੇ ਖਾਲਸਾ ਜੀ ਸਾਰੇ ਗੁਰਸਿੱਖਾਂ ਨੂੰ ਜਦੋਂ ਇਹ ਗੱਲ ਸੁਣਨ ਵਿੱਚ ਆਈ ਵੀ ਇਹਨੇ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਵਾਇਆ ਸੀ, ਕਹਿੰਦੇ ਜਿਵੇਂ ਬਿੱਛੂ ਡੰਕ ਮਾਰਦਾ ਹੈ, ਜਦੋਂ ਉਸ ਤਰ੍ਹਾਂ ਬੰਦੇ ਨੂੰ ਅੰਦਰ ਤਾਈਂ ਜਾ ਕੇ ਬਿੱਛੂ ਦਾ ਡੰਗ ਵੱਜਦਾ ਹੈ, ਇਸੇ ਤਰ੍ਹਾਂ ਕਹਿੰਦੇ ਇਹ ਖਬਰ ਵੀ ਗੁਰੂ ਕੇ ਸਿੱਖਾਂ ਦੇ ਅੰਦਰ ਤਾਈਂ ਜਾ ਕੇ ਵੱਜੀ। ਤੇ ਹੁਣ ਗੁਰੂ ਕੇ ਖਾਲਸਿਆਂ ਨੇ ਤਿਆਰੀ ਕਰ ਲਈ। ਤਵੇ ਖਾਲਸੇ ਕਰੀ ਅਰਦਾਸ, ਤੇ ਗੁਰੂ ਕੇ ਸਿੱਖਾਂ ਨੇ ਚੜ੍ਹਾਈ ਕਰਨ ਤੋਂ ਪਹਿਲਾਂ ਅਰਦਾਸ ਕਰ ਦਿੱਤੀ ਖੱਤਰੀ ਮਾਰੇ ਹੋਏ ਕੰਮ ਰਾਸ, ਕਿ ਹੁਣ ਇਸ ਜਸਪਤ ਰਾਏ ਨੂੰ ਮਾਰ ਕੇ ਹੀ ਗੁਰੂ ਕੇ ਖਾਲਸੇ ਦਾ ਕੰਮ ਰਾਸ ਆਵੇਗਾ। ਦੋਹਰਾ ਵਹਿ ਲੂਟਣ ਚੜਿਓ ਖਾਲਸੇ, ਸੋ ਲਿਓ ਖਾਲਸੇ ਲੂਟ। ਹੁਣ ਕਹਿੰਦੇ ਜਸਪਤ ਰਾਏ ਚੜਿਆ ਸੀ ਖਾਲਸੇ ਨੂੰ ਲੁੱਟਣ ਵਾਸਤੇ, ਪਰ ਖਾਲਸਾ ਨਹੀਂ ਲੁੱਟਿਆ ਜਾਂਦਾ। ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੇ ਮਨ ਮਾਹੇ। ਕਹਿੰਦੇ ਚਾਹੁੰਦਾ ਸੀ ਖਾਲਸੇ ਨੂੰ ਮਾਰਨਾ ਤੇ ਖਾਲਸੇ ਨੇ ਉਸੇ ਨੂੰ ਲੁੱਟ ਲਿਆ। ਨਿਬਾਹੂ ਸਿੰਘ ਗਜ ਪੈ ਚੜਿਓ ਮਾਰ, ਤੇਰਾ ਦਿਓ ਸੂਟ। ਖਾਲਸਾ ਜੀ ਜਸਪਤ ਰਾਏ ਹਾਥੀ ਤੇ ਚੜ ਕੇ ਆ ਰਿਹਾ ਸੀ, ਸੋਚ ਰਿਹਾ ਸੀ ਵੀ ਹਾਥੀ ਤੇ ਚੜਿਆ ਕਿਸੇ ਸਿੰਘ ਦਾ ਵਾਰ ਨਹੀਂ ਹੋਣਾ। ਕਹਿੰਦੇ ਇੱਕ ਗੁਰੂ ਕਾ ਸਿੱਖ ਸੂਰਮਾ ਜੰਗ ਦੇ ਮੈਦਾਨ ਵਿੱਚ ਨਿਤਰਿਆ, ਭਾਈ ਸਾਹਿਬ ਭਾਈ ਨਬਾਹੂ ਸਿੰਘ ਜੀ। ਕਹਿੰਦੇ ਭਾਈ ਨਬਾਹੂ ਸਿੰਘ ਨੇ ਬੱਬਰ ਸ਼ੇਰ ਦੀ ਤਰ੍ਹਾਂ ਗਰਜ ਕੇ ਕਹਿੰਦੇ ਅਕਾਲ ਅਕਾਲ ਗੁਰਬਰ ਅਕਾਲ ਦਾ ਜਕਾਰਾ ਗਜਾ ਕੇ ਕਹਿੰਦੇ ਐਸੀ ਛਾਲ ਮਾਰੀ ਕਿ ਸਿੱਧਾ ਹਾਥੀ ਦੇ ਉੱਤੇ ਜਾ ਕੇ ਬੈਠ ਗਏ। ਤੇ ਕਹਿੰਦੇ ਜਸਪਤ ਰਾਏ ਦੀ ਧੌਣ ਕੱਦੂ ਦੀ ਤਰ੍ਹਾਂ ਲਾ ਕੇ ਜ਼ਮੀਨ ਤੇ ਸੱਟ ਦਿੱਤੀ। ਚੌਪਈ ਨਿਬਾਹੂ ਸਿੰਘ ਚੜ ਗਜ ਪੈ ਗਇਓ, ਇਸ ਤਰ੍ਹਾਂ ਕਹਿੰਦੇ ਭਾਈ ਸਾਹਿਬ ਭਾਈ ਨਬਾਹੂ ਸਿੰਘ ਜੀ ਨੇ ਮਾਰੀ ਛਾਲ ਤੇ ਹਾਥੀ ਤੇ ਅਸਵਾਰ ਹੋ ਗਏ। ਸੀਸ ਕਾਟ ਸਭ ਜੇਵਰ ਲਇਓ, ਤੇ ਉਸ ਜ਼ੁਲਮੀ ਨਵਾਬ ਜਸਪਤ ਰਾਏ ਦਾ ਸਿਰ ਵੱਢ ਕੇ ਸਾਰਾ ਸ਼ਾਹੀ ਖਜ਼ਾਨਾ ਬਾਅਦ ਵਿੱਚ ਸਿੱਖ ਸੰਗਤ ਵਿੱਚ ਵਰਤਾ ਦਿੱਤਾ। ਔਰ ਦਰਬ ਦਈ ਉੱਪਰੋਂ ਗੇਰ, ਤੇ ਖਾਲਸਾ ਜੀ ਜਿਹੜਾ ਹੋਰ ਵੀ ਖਜ਼ਾਨੇ ਦੇ ਵਿੱਚ ਮਾਲ ਸੀ, ਜਿਹੜਾ ਧਨ ਸੀ, ਉਹ ਵੀ ਕਹਿੰਦੇ ਭਾਈ ਨਬਾਹੂ ਸਿੰਘ ਨੇ ਹਾਥੀ ਦੇ ਉੱਤੋਂ ਥੱਲੇ ਇਸ਼ਾਰਾ ਕੀਤਾ ਕਿ ਖਾਲਸਾ ਜੀ ਆਹ ਪਕੜ ਲਓ ਸ਼ਾਹੀ ਖਜ਼ਾਨਾ ਆ ਰਿਹਾ। ਕਹਿੰਦੇ ਭਾਈ ਨਬਾਹੂ ਸਿੰਘ ਨੇ ਹੋਰ ਵੀ ਸਾਰਾ ਮਾਲ ਹਾਥੀ ਤੋਂ ਥੱਲੇ ਗੇਰ ਦਿੱਤਾ। ਔਰ ਸਿੰਘਨ ਚੱਕ ਲੀਨੀ ਢੇਰ, ਤੇ ਗੁਰੂ ਕੇ ਖਾਲਸਿਆਂ ਨੇ ਨਾਲ ਦੀ ਨਾਲ ਸ਼ੇਰ ਪੰਜੇ ਕਰ ਲਏ। ਦੋਹਰਾ 1804 ਤਰੋ ਉਤੋ ਬਿਕਰਮ ਨ੍ਰਿਪਸਾਲ। ਸੋ ਖਾਲਸਾ ਜੀ ਸੰਮਤ 1804 ਬਿਕਰਮੀ ਦੀ ਇਹ ਗੱਲ ਹੈ ਜਦੋਂ ਭਾਈ ਨਬਾਹੂ ਸਿੰਘ ਨੇ ਜਸਪਤ ਰਾਏ ਨੂੰ ਮਾਰਿਆ। ਜਸਪਤ ਖੱਤਰੀ ਮਾਰ ਕੇ ਲਿਓ ਸਿੰਘਨ ਬਹੁ ਮਾਲ, ਜਸਪਤ ਰਾਏ ਨੂੰ ਮਾਰ ਕੇ ਐਮਨਾਬਾਦ ਦੀ ਧਰਤੀ ਦਾ ਸ਼ਾਹੀ ਖਜ਼ਾਨਾ ਲੁੱਟ ਕੇ ਫਿਰ ਗੁਰੂ ਕੇ ਸਿੰਘਾਂ ਨੇ ਉੱਥੇ ਗੁਰਦੁਆਰਾ ਰੋੜੀ ਸਾਹਿਬ ਵਿਖੇ ਵਿਸਾਖੀ ਦਾ ਜੋੜ ਮੇਲਾ ਮਨਾਇਆ। ਪਰ ਜਸਪਤ ਰਾਏ ਦੀ ਮੌਤ ਤੋਂ ਬਾਅਦ ਸਿੱਖਾਂ ਤੇ ਹੋਰ ਵਾਧੀ ਹੋਈ, ਹੋਰ ਤਸ਼ੱਦਦ ਹੋਏ, ਹੋਰ ਜ਼ੁਲਮ ਹੋਏ। ਹੁਣ ਛੋਟਾ ਘੱਲੂਕਾਰਾ ਤੇ ਵੱਡਾ ਘੱਲੂਕਾਰਾ ਉਹ ਹਜੇ ਵਾਪਰਨਾ ਹੈ, ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਹੁਣ ਸੋਮਵਾਰ ਨੂੰ ਇਸੇ ਸਮੇਂ ਸ਼ਾਮ ਨੂੰ 6:30 ਵਜੇ ਤੋਂ ਇਤਿਹਾਸ ਦੀ ਕਥਾ ਆਰੰਭ ਹੋਵੇਗੀ। ਸੋ ਆਪ ਸਭ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ, ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਦੇਣਾ ਤੇ ਅਰਦਾਸ ਕਰਨੀ ਸੁਣਿਆ ਸੁਣਾਇਆ ਜੀਵਨ ਵਿੱਚ ਕਮਾ ਸਕੀਏ। ਤੇ ਬੇਨਤੀ ਹੈ ਦੁਬਾਰਾ ਕਿ ਖਾਲਸਾ ਸਾਜਨਾ ਦਿਵਸ ਨੂੰ ਵਿਸਾਖੀ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਗੁਰਦੁਆਰਾ ਸਿੰਘ ਸਭਾ ਸਾਊਥ ਹਾਲ ਦੇ ਪ੍ਰਬੰਧਕ ਸੱਜਣਾ ਵੱਲੋਂ ਗੁਰਮਤਿ ਸਮਾਗਮ ਕਰਵਾਏ ਜਾ ਰਹੇ। ਉਹਨਾਂ 4 ਗੁਰਮਤਿ ਸਮਾਗਮਾਂ ਦੇ ਵਿੱਚ ਖਾਲਸਾ ਮੂਲ ਮੰਤਰ ਦੀ ਜੋ ਲੜੀਵਾਰ ਸੰਪੂਰਨ ਕਥਾ ਵਿਸ਼ੇਸ਼ ਤੌਰ ਤੇ ਕੀਤੀ ਜਾਵੇਗੀ। ਇਸ ਬਾਣੀ ਦੇ ਵਿੱਚ ਅਨੰਦਪੁਰ ਸਾਹਿਬ ਬਾਰੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਵੇਂ ਅੰਮ੍ਰਿਤ ਸੰਚਾਰ ਕੀਤਾ ਉਸ ਬਾਰੇ, 5 ਪਿਆਰਿਆਂ ਬਾਰੇ, 5 ਵੀਰਾਂ ਬਾਰੇ ਉਹ ਦੱਸਿਆ ਗਿਆ ਹੈ ਅਤੇ ਗੁਰਸਿੱਖੀ ਦੀ ਰਹਿਤ ਬਾਰੇ ਦੱਸਿਆ ਹੈ। ਉਹ ਆਪਾਂ ਬਾਣੀ ਦੀ ਕਥਾ
ਵਿਸਾਖੀ ਦੇ ਸਮਾਗਮਾਂ ਦੇ ਵਿੱਚ ਸਰਵਣ ਕਰਾਂਗੇ। ਸੋ ਆਓ ਅਖੀਰ ਦੇ ਵਿੱਚ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਕੇ ਸਦਾ ਸੰਗ ਨੇਦਾਰਾ ਆਧਾਰ। ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਦਸ਼ਮੇਸ਼ ਪਿਤਾ ਜੀ,